ਅਸਤੀਫਾ ਹੀ ਆਖਰੀ ਹੱਲ ਕਿਉਂ ਲੱਗਾ? ਰੈਜ਼ਿਗਨੇਸ਼ਨ ਹੀ ਕਿਉਂ? ਸਾਡੇ ਜਿਹੜੇ ਐਡਵੋਕੇਟਸ ਨੇ ਉਹਨਾਂ ਦਾ ਵੀ ਵਤੀਰਾ ਸਾਡੇ ਨਾਲ ਚੰਗਾ ਨਹੀਂ ਸੀ ਕਿ ਮੈਂ ਇੱਕ ਵਾਰੀ ਉਹਨਾਂ ਨੂੰ ਇਹ ਕਹਿ ਬੈਠਾ ਕਿ ਤੁਸੀਂ ਟੌਰਚਰ ਮੈਨੂੰ ਕਿਉਂ ਕਰ ਰਹੇ ਹੋ। ਤੁਹਾਨੂੰ ਨਹੀਂ ਲੱਗਾ ਵੀ ਜਜਮੈਂਟ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ? ਅਸਤੀਫਾ ਦੇ ਦਿੱਤਾ ਤੁਸੀਂ, ਮਤਲਬ ਡੀਮੋਰਲਾਈਜ਼ ਹੋ ਗਏ ਕਹਿ ਸਕਦੇ ਅਸੀਂ। ਇਸ ਸੰਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਆਰਡਰ ਪਾਸ ਕਰ ਦਿਓ ਅੱਜ ਹੀ ਤੇ ਜਜਮੈਂਟ ਨਾ ਆਵੇ। ਜਜਮੈਂਟ ਤੋਂ ਪਹਿਲਾਂ ਜਿਹੜਾ ਆਰਡਰ ਹੈ ਮੈਨੂੰ ਠੀਕ ਨਹੀਂ ਲੱਗਿਆ, ਮੈਂ ਕਿਹਾ ਕਿ ਚਲੋ ਜੀ। ਚਲਾਨਾਂ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਦੇ ਸਾਈਨ ਹੈਗੇ ਆ, ਜਦਕਿ ਐਸਆਈਟੀ ਦੇ ਬਾਕੀ ਮੈਂਬਰਾਂ ਦੇ ਸਾਈਨ ਨਹੀਂ ਹੈਗੇ। ਅੱਜ ਤੱਕ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤੀ ਕਿ ਬਹਬਲ ਕਲਾਂ ਕੇਸ ਦੇ ਵਿੱਚ ਮੋਗਾ ਦੇ ਸਾਬਕਾ ਐਸਐਸਪੀ ਦੇ ਖਿਲਾਫ ਜੋ ਚਲਾਨ ਹੋਇਆ ਉਸ ਦੇ ਉੱਤੇ ਵੀ ਇੱਕੋ ਅਫਸਰ ਦਾ ਸਿਗਨੇਚਰ। ਇੱਕ ਸਤਿੰਦਰ ਸਿੰਘ ਐਸਐਸਪੀ ਨੇ ਅੱਜ ਕੱਲ੍ਹ ਲੱਗੇ ਹੋਏ ਨੇ ਮੋਹਾਲੀ, ਜੋ ਪਹਿਲਾ ਚਲਾਨ ਗਿਆ ਹੈ ਕੱਲੇ ਉਹਨਾਂ ਦਾ ਸਿਗਨੇਚਰ ਹੈ। ਤੁਸੀਂ 27/5 ਦਾ ਮਾਨਯੋਗ ਅਦਾਲਤ JMIC ਫਰੀਦਕੋਟ ਦੀ ਅਦਾਲਤ ਦਾ ਇੱਕ ਸਫੇ ਦਾ ਆਰਡਰ ਦੇਖੋਗੇ ਕਿ ਚਲਾਨ ਪ੍ਰੈਜ਼ੈਂਟ ਕੀਤਾ ਗਿਆ, ਚਲਾਨ ਚੈੱਕ ਕੀਤਾ ਗਿਆ, ਦੁਰਸਤ ਪਾਇਆ ਗਿਆ। ਆਜ਼ਾਦੀ ਤੋਂ ਬਾਅਦ ਵੀ ਤੇ ਆਜ਼ਾਦੀ ਤੋਂ ਪਹਿਲਾਂ ਵੀ ਕੋਈ ਵੀ ਇੱਕ ਚਲਾਨ ਮੈਨੂੰ ਦਿਖਾ ਦਿਓ ਕਿ ਜਿਸ ਦੇ ਉੱਤੇ ਇੱਕ ਤੋਂ ਵੱਧ ਅਫਸਰ ਦਾ ਸਿਗਨੇਚਰ ਹੋਇਆ। ਅੱਜ ਕੱਲ੍ਹ ਚਰਚਾ ਬਹੁਤ ਹੋ ਰਹੀ ਹੈ ਸਿਆਸੀ ਧਿਰਾਂ ਦੇ ਵਿੱਚ ਕਿ ਅਤੁਲ ਨੰਦਾ ਦਾ ਅਸਤੀਫਾ ਲਿਆ ਜਾਣਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਹੋ? ਸਰਕਾਰ ਦਾ ਇੱਕ ਰਿਟਨ ਆਰਡਰ ਹੈ, ਠੀਕ ਹੈ, ਕਿ ਐਡਵੋਕੇਟ ਜਨਰਲ ਆਪ ਪੇਸ਼ ਹੋਣਗੇ ਇਹਨਾਂ ਕੇਸਾਂ ਦੇ ਵਿੱਚ। ਜਦੋਂ ਕੇਸ ਦੀ ਸੁਣਵਾਈ ਆ ਰਹੀ ਹੈ ਤੇ ਐਡਵੋਕੇਟ ਜਨਰਲ ਸਾਹਿਬ ਛੁੱਟੀ ਤੇ ਚਲੇ ਜਾਂਦੇ ਨੇ। ਤੁਸੀਂ ਇਹ ਵੀ ਪਤਾ ਕਰ ਲਓ ਨਾ ਕਿ 4 ਸਾਲਾਂ ਦੇ ਵਿੱਚ ਉਹਨਾਂ ਦਾ ਕਿੰਨੇ ਮੈਡੀਕਲ ਲੀਵ ਤੇ ਕਿੰਨੀ ਵਾਰੀ ਗਏ ਨੇ, ਤੇ ਜਦੋਂ ਇਹਨਾਂ ਕੇਸਾਂ ਦੀ ਸੁਣਵਾਈ ਆ ਰਹੀ ਹੈ ਤਾਂ ਉਹਨਾਂ ਨੂੰ ਮੈਡੀਕਲ ਲੀਵ ਤੇ ਜਾਣਾ ਪੈ ਰਿਹਾ ਹੈ। ਸੀਐਮ ਨੂੰ ਤੁਸੀਂ ਮਿਲ ਕੇ ਆਏ, ਉਹਨਾਂ ਨੂੰ ਵੀ ਇਹ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਵਕੀਲਾਂ ਦਾ ਇਸ ਤਰ੍ਹਾਂ ਦਾ ਰਵੱਈਆ ਸੀ? ਵਕੀਲਾਂ ਦਾ ਜੋ ਪੱਖ ਸੀਗਾ ਉਹ ਮਤਲਬ ਉਹ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ, ਦਿੱਲੀ ਆਉਂਦੇ ਸੀ, ਅਸੀਂ ਤਾਂ ਡਰ ਵੀ ਜਾਂਦੇ ਸੀ। ਦਿੱਲੀ ਜਾ ਕੇ ਇੱਕ ਚਪਰਾਸੀ ਦੀ ਤਰ੍ਹਾਂ ਉਹਨਾਂ ਦੇ ਦਫ਼ਤਰ ਦੇ ਬਾਹਰ ਖੜਾ ਹੋਣਾ ਪੈਂਦਾ ਸੀ ਜਦੋਂ ਅਸੀਂ ਬਰੀਫਿੰਗ ਵਾਸਤੇ ਜਾਂਦੇ ਸੀ। ਇੱਕ ਦਿਨ ਦੀ ਪੇਸ਼ੀ ਦਾ ਜੋ ਫੀਸ ਹੁੰਦਾ ਸੀ ਮੇਰੇ 3 ਸਾਲ ਦੀ ਸੈਲਰੀ ਦੇ ਬਰਾਬਰ ਹੁੰਦਾ ਸੀ। 26 ਜੁਲਾਈ 2019 ਨੂੰ ਐਡਵੋਕੇਟਸ ਦੀ ਸਟ੍ਰਾਈਕ ਹੋ ਗਈ। ਉਸ ਦਿਨ ਦਾ ਤੁਸੀਂ ਖਰਚਾ ਦੇਖ ਲਓ ਤੇ ਪਤਾ ਇੱਕ ਦਿਨ ਪਹਿਲਾਂ ਲੱਗ ਗਿਆ ਕਿ ਕੱਲ੍ਹ ਸਟ੍ਰਾਈਕ ਹੈ, ਲੇਕਿਨ 55 ਲੱਖ ਤੋਂ ਜ਼ਿਆਦਾ ਉਸ ਦਿਨ ਦਾ ਖਰਚਾ ਹੈ ਪੰਜਾਬ ਸਰਕਾਰ। ਕਿੱਥੇ ਠਹਿਰਾ ਰਹੇ ਸੀ ਵਕੀਲਾਂ ਨੂੰ? ਇਹ ਸਾਰੇ ਤਾਜ ਹੋਟਲ ਦੇ ਵਿੱਚ ਠਹਿਰਦੇ ਸੀ, ਠੀਕ ਹੈ। ਇੱਕ ਦਿਨ ਤਾਜ ਹੋਟਲ ਦੇ ਵਿੱਚ ਕਮਰਾ ਨਹੀਂ ਮਿਲਿਆ ਤਾਂ ਅਸੀਂ ਮੈਰੀਅਟ ਦੇ ਵਿੱਚ ਕਰਵਾਇਆ ਤੇ ਫਿਰ ਉੱਥੇ ਕਾਫੀ ਨਖੜੇ ਹੋਏ। HS ਫੁਲਕਾ ਤਜਰਬੇਕਾਰ ਵਕੀਲ ਨੇ, ਉਹ ਕਹਿ ਰਹੇ ਨੇ ਕਿ ਐਸਆਈਟੀ ਦੇ ਬਾਕੀ ਮੈਂਬਰਾਂ ਦੀ ਵੀ ਜਾਂਚ ਹੋਣੀ ਚਾਹੀਦੀ। ਉਹਨਾਂ ਨੇ ਕੀ ਇਨਕੁਆਇਰੀ ਕੀਤੀ? ਇੱਕ ਅਖਬਾਰ ਦੇ ਵਿੱਚ ਕਿਸੇ ਨੇ ਖਬਰ ਦਿਖਾਈ ਜਿਹਦੇ ਵਿੱਚ ਮਾਨਯੋਗ ਫੁਲਕਾ ਸਾਹਿਬ ਨੇ ਕਿਹਾ ਸੀ ਕਿ ਮੈਂ ਇਹਨਾਂ ਕੇਸਾਂ ਦੀ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਪੈਰਵਾਈ ਕਰਾਂਗਾ। ਫੁਲਕਾ ਸਾਹਿਬ ਉਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ ਸਾਰਾ ਰਿਕਾਰਡ ਮੈਂ ਮੁਹੱਈਆ ਕਰਾਈ ਦਿੱਤਾ। ਇੱਕ ਹੋਪ, ਇੱਕ ਆਸ ਬੰਦੀ ਸੀ ਮੈਨੂੰ। ਇਹਨਾਂ ਦਾ ਇੱਕੋ ਜਵਾਬ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਥੱਲੇ ਮੈਂ ਪ੍ਰੈਕਟਿਸ ਨਹੀਂ ਕਰਦਾ। ਮੈਂ ਕਿਹਾ ਕਿ ਫੁਲਕਾ ਸਾਹਿਬ ਮੇਰੇ ਰਿਜਿਗਨੇਸ਼ਨ ਦੇ ਸਭ ਤੋਂ ਨੰਬਰ 1 ਜ਼ਿੰਮੇਵਾਰ ਤੁਸੀਂ ਹੋ। ਐਸਆਈਟੀ ਵੀ ਆਏਗੀ, ਕੁੰਵਰ ਵਿਜੇ ਪ੍ਰਤਾਪ ਮਦਦ ਕਰਨਗੇ ਜਾਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਮਦਦ ਲੈਣਗੇ? ਤਾਂ ਜੋ ਨਵੀਂ ਤਫਤੀਸ਼ੀ ਟੀਮ ਬਣਦੀ ਹੈ ਮੈਂ ਉਹਨਾਂ ਦੇ ਨਾਲ ਨਹੀਂ ਕੰਮ ਕਰਾਂਗਾ, ਭਾਵੇਂ ਡਾਇਰੈਕਟਲੀ ਜਾਂ ਇਨਡਾਇਰੈਕਟ। ਮੈਂ ਇਹ ਕਹਿੰਦਾ ਹਾਂ ਕਿ ਇਹਨਾਂ ਕਿ ਤੁਸੀਂ ਨਵੀਂ ਟੀਮ ਬਣਾ ਲਓ, ਜੋ ਮਰਜ਼ੀ ਕਰੋ, ਟਾਈਮ ਪਾਸ ਤੁਸੀਂ ਕਰ ਸਕਦੇ ਹੋ। एक कंक्लूड नहीं होगा केस, किससे सिट्टे ते नहीं जाऊगा। मेरा दावा है जी, मेरा दावा है। IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਸਿਆਸੀ ਸਫਾਂ ਦੇ ਵਿੱਚ ਹਲਚਲ ਮਚੀ ਹੋਈ ਹੈ। ਹਰ ਇੱਕ ਸਿਆਸੀ ਪਾਰਟੀ ਹੁਣ ਇਹ ਜਾਣਨਾ ਚਾਹੁੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਦਾ ਅਗਲਾ ਕਦਮ ਕੀ ਹੋਏਗਾ। SIT ਦੇ ਜਿਹੜੇ ਚਲਾਨ ਪੇਸ਼ ਕੀਤੇ ਗਏ ਨੇ ਉਹਨਾਂ ਤੇ ਕਾਰਵਾਈ ਕੀ ਹੋਵੇਗੀ। ਸਰਕਾਰ ਵੀ ਘਿਰੀ ਹੋਈ ਹੈ ਤੇ ਵਿਰੋਧੀ ਪਾਰਟੀਆਂ ਵੀ ਆਪੋ ਆਪਣੇ ਢੰਗ ਦੇ ਨਾਲ ਇਸ ਮੁੱਦੇ ਤੇ ਦੁਬਾਰਾ ਸਿਆਸਤ ਕਰ ਰਹੀਆਂ ਨੇ। ਪਰ ਸਵਾਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਸਤੀਫਾ ਦੇਣਾ ਹੀ ਆਖਰੀ ਰਸਤਾ ਕਿਉਂ ਲੱਗਾ? ਕਿਉਂ ਚਲਾਨਾਂ ਦੇ ਉੱਤੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੀ ਸਾਈਨ ਨੇ, ਜਦਕਿ SIT ਦੇ ਵਿੱਚ ਹੋਰ ਵੀ ਅਫਸਰ ਸਾਹਿਬਾਨ ਮੌਜੂਦ ਸੀਗੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਸਾਡੇ ਨਾਲ ਖਾਸ ਤੌਰ ਤੇ ਐਕਸਕਲੂਸਿਵਲੀ ਜੁੜ ਰਹੇ ਨੇ IG ਕੁੰਵਰ ਵਿਜੇ ਪ੍ਰਤਾਪ ਸਿੰਘ। ਸਰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਤੋਂ ਸ਼ੁਰੂ ਕਰ ਲੈਂਦੇ ਹਾਂ। ਅਸਤੀਫਾ ਹੀ ਆਖਰੀ ਹੱਲ ਕਿਉਂ ਲੱਗਾ? ਰੈਜ਼ਿਗਨੇਸ਼ਨ ਹੀ ਕਿਉਂ? ਦੇਖੋ, ਜਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਦਾ ਆਰਡਰ ਆ ਗਿਆ ਹੈ
ਸਾਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦਿਨ ਸੁਣਵਾਈ ਹੈ। ਤੇ ਉਹ ਵੀ ਦੇਖੋ ਨਾਰਮਲੀ ਹਾਈ ਕੋਰਟ ਦਾ ਕੰਮ 4-4:30 ਵਜੇ ਤੱਕ ਹੁੰਦਾ ਹੈ, ਤੇ ਸਾਨੂੰ ਇਹ ਪਤਾ ਲੱਗਿਆ ਕਿ ਬਹੁਤ ਹੀ ਲੇਟ ਮਤਲਬ ਇਸ ਤਰ੍ਹਾਂ ਦਾ ਆਰਡਰ ਆਇਆ, ਔਰ ਉਸ ਦੇ ਬਾਰੇ ਸਾਨੂੰ ਜਾਣਕਾਰੀ ਵੀ ਨਹੀਂ ਸੀ। ਜੋ ਸਾਡੇ ਐਡਵੋਕੇਟ ਨਾਰਮਲੀ ਪੇਸ਼ ਹੁੰਦੇ ਨੇ ਉਹ ਸਾਡੇ ਨਾਲ ਜੋ ਮੇਨ ਪੁਆਇੰਟਸ ਹੁੰਦੇ ਨੇ ਉਸ ਦੇ ਉੱਤੇ ਕਾਨਫਰੈਂਸਿੰਗ ਕਰ ਲੈਂਦੇ ਨੇ ਜਾਂ ਫੋਨ ਤੇ ਗੱਲਬਾਤ ਕਰ ਲੈਂਦੇ ਨੇ। ਹਾਈ ਕੋਰਟ ਦਾ ਵੈਬਸਾਈਟ ਵੀ ਡਾਊਨ ਸੀਗਾ, ਇਸ ਕਰਕੇ ਅਸੀਂ ਚੈੱਕ ਵੀ ਨਹੀਂ ਕਰ ਸਕੇ ਉਸ ਸੰਬੰਧ ਦੇ ਵਿੱਚ। ਤੇ ਜਦੋਂ ਮੈਨੂੰ ਜਾਣਕਾਰੀ ਮਿਲੀ, ਮੈਨੂੰ ਫੋਨ ਆਇਆ ਪੰਜਾਬ ਸਰਕਾਰ ਦੇ ਇੱਕ ਬਹੁਤ ਹੀ ਸੀਨੀਅਰ ਅਧਿਕਾਰੀ ਦਾ, ਤੇ ਮੈਂ ਉਹਨਾਂ ਦੇ ਨਾਲ, ਉਹਨਾਂ ਨੇ ਪਹਿਲਾਂ ਮੈਨੂੰ ਦੱਸੀ ਕਿ ਇਸ ਤਰ੍ਹਾਂ ਦਾ ਆਰਡਰ ਆ ਗਿਆ, ਤੇ ਮੈਂ ਮਤਲਬ 10 ਸੈਕਿੰਡ ਵੀ ਨਹੀਂ ਲਗਾਇਆ। ਮੈਂ ਕਿਹਾ ਕਿ ਸਰ ਇਸ ਤਰ੍ਹਾਂ ਦਾ ਜੇਕਰ ਆਰਡਰ ਆਇਆ ਹੈ ਤੇ ਅੱਜ ਸ਼ਨੀਵਾਰ ਹੈ, ਅੱਜ ਫਰਾਈਡੇ ਹੈ, ਉਸ ਦਿਨ ਚूँकि ਫਰਾਈਡੇ ਸੀਗਾ, ਕੱਲ ਸ਼ਨੀਚਰਵਾਰ ਹੈ, ਛੁੱਟੀ ਹੈ, ਤੇ ਸੰਡੇ ਹੈ, ਤੇ ਸੋਮਵਾਰ ਨੂੰ ਇੱਕ ਆਰਡਰ ਹੋਰ ਕਰ ਦੇਣਾ ਤੁਸੀਂ ਕਿ ਮੈਨੂੰ IPS ਤੋਂ ਫ੍ਰੀ ਕਰ ਦੇਣਾ। ਮੇਰੀ ਚਿੱਠੀ ਤੁਹਾਡੇ ਕੋਲ 12-1 ਵਜੇ ਤੱਕ ਪਹੁੰਚ ਜਾਏਗੀ, ਮੈਂ ਆਪ ਵੀ ਆ ਜਾਊਂਗਾ ਲੈ ਕੇ। ਮੈਂ ਇਸ ਦੇ ਬਾਰੇ ਪਹਿਲਾਂ ਤੋਂ ਤਿਆਰ ਸੀ। ਕਿਉਂ? ਮੈਨੂੰ ਜੋ ਕੁਝ ਲੱਗ ਰਿਹਾ ਸੀ ਨਾ ਇਹਨਾਂ ਕੇਸਾਂ ਦੇ ਵਿੱਚ, ਜਿਸ ਤਰ੍ਹਾਂ ਮੈਨੂੰ ਹੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜੋ ਇਨਵੈਸਟੀਗੇਸ਼ਨ ਦਾ ਜੋ ਸਾਡਾ ਤਰੀਕਾ ਹੈ ਬਹੁਤ ਹੀ ਸਾਇੰਟੀਫਿਕ ਤਰੀਕਾ ਰਿਹਾ ਹੈ, ਲੇਕਿਨ ਉਹਦੇ ਵਿੱਚ ਸਾਡੇ ਜਿਹੜੇ ਐਡਵੋਕੇਟਸ ਨੇ ਉਹਨਾਂ ਦਾ ਵੀ ਵਤੀਰਾ ਸਾਡੇ ਨਾਲ ਚੰਗਾ ਨਹੀਂ ਸੀ। ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਇੱਕ ਵਾਰੀ ਉਹਨਾਂ ਨੂੰ ਇਹ ਕਹਿ ਬੈਠਾ ਕਿ ਤੁਸੀਂ ਟੌਰਚਰ ਮੈਨੂੰ ਕਿਉਂ ਕਰ ਰਹੇ ਹੋ। ਵਕੀਲਾਂ ਨੂੰ ਤੁਸੀਂ ਕਿਹਾ ਵੀ ਮੈਨੂੰ ਟੌਰਚਰ ਕਰ ਰਹੇ ਹੋ? ਮੇਰੇ ਆਪਣੇ ਵਕੀਲ ਹੀ, ਮੇਰੇ ਆਪਣੇ, ਮੈਨੂੰ ਲੱਗਦਾ ਹੀ ਨਹੀਂ ਸੀ ਕਿ ਇਹ ਵਕੀਲ ਸਰਕਾਰ ਦਾ ਪੱਖ ਰੱਖ ਰਹੇ ਨੇ ਕਿ ਦੋਸ਼ੀਆਂ ਦਾ ਪੱਖ ਰੱਖ ਰਹੇ ਨੇ। ਤੇ ਇਸ ਤਰ੍ਹਾਂ ਮੈਂ ਇਸ ਸੰਬੰਧ ਦੇ ਵਿੱਚ ਬਹੁਤੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ। ਬਹੁਤ ਸੀਰੀਅਸ ਗੱਲ ਹੈ ਸਰ, ਬਹੁਤ ਸੀਰੀਅਸ ਗੱਲ ਹੈ। ਜਿਸ ਦਿਨ ਕੋਰਟ ਦੀ ਤਾਰੀਖ ਸੀ, ਤੁਸੀਂ ਕਹਿ ਰਹੇ ਹੋ ਕਿ ਮੈਨੂੰ ਜਾਣਕਾਰੀ ਹੀ ਨਹੀਂ ਦਿੱਤੀ ਗਈ ਕਿ ਅੱਜ ਕੋਰਟ ਦੀ ਡੇਟ ਹੈ, ਸਿਰਫ ਫੈਸਲੇ ਦਾ ਪਤਾ ਲੱਗਾ। ਔਰ ਦੂਸਰਾ, ਇੱਥੋਂ ਤੱਕ ਗੱਲ ਚਲੀ ਜਾਣੀ ਕਿ ਤੁਹਾਨੂੰ ਵਕੀਲਾਂ ਨੂੰ ਕਹਿਣਾ ਪਿਆ ਕਿ ਤੁਸੀਂ ਮੈਨੂੰ ਟੌਰਚਰ ਕਰ ਰਹੇ ਹੋ। ਮਤਲਬ ਉਸ ਤੋਂ ਪਹਿਲਾਂ ਦੇ ਜਿਹੜੇ ਡੇਟ ਹੁੰਦੇ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿ 15 ਤੋਂ ਲੈ ਕੇ 20 ਤੱਕ ਰਿਟ ਇਹਨਾਂ ਕੇਸਾਂ ਦੇ ਵਿੱਚ ਚੱਲ ਰਹੇ ਸੀਗੇ, ਤੇ ਕਈ ਵਾਰੀ ਇਸ ਤਰ੍ਹਾਂ ਦਾ ਆਇਆ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇੱਕੋ ਚੀਜ਼ ਜੇਕਰ 10 ਵਾਰੀ ਤੁਹਾਨੂੰ ਦੱਸਣੀ ਪਵੇ, ਪਿਛਲੇ ਡੇਟ ਤੇ ਵੀ ਮੈਂ ਦੱਸਿਆ ਸਾਰਾ ਕੁਝ, ਤਾਂ ਤੁਸੀਂ ਨੋਟਸ ਨਹੀਂ ਬਣਾ ਰਹੇ ਹੋ, ਇੱਕੋ ਚੀਜ਼ ਮੈਨੂੰ ਬਾਰ-ਬਾਰ ਪੁੱਛੀ ਜਾ ਰਹੇ ਹੋ ਕਿ ਇਹ ਕਿਸ ਤਰ੍ਹਾਂ ਹੋਇਆ ਜੀ, ਇਹ ਕਿਸ ਤਰ੍ਹਾਂ ਹੋਇਆ ਸੀ। ਤਾਂ ਮੈਨੂੰ ਆਪ ਲੱਗਿਆ ਕਿ ਨਹੀਂ, ਮੈਨੂੰ ਜਾਣ ਬੁੱਝ ਕੇ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਮੈਂ ਕਹਿ ਦਿੱਤਾ ਕਿ ਦੇਖੋ ਤੁਸੀਂ ਮੈਨੂੰ ਟੌਰਚਰ ਨਾ ਕਰੋ, ਫੈਸਲੇ ਦੇ ਬਾਰੇ ਮੈਨੂੰ ਪਤਾ ਚੱਲ ਗਿਆ ਹੈ ਕਿ ਕੀ ਫੈਸਲਾ ਆਉਣਾ ਹੈ, ਤੇ ਤੁਸੀਂ ਕਿਸ ਪੱਖ ਤੋਂ ਅਪੀਅਰ ਹੋ ਰਹੇ ਹੋ ਮੈਨੂੰ ਕਲੀਅਰ ਨਹੀਂ ਹੋ ਰਿਹਾ ਹੈ ਕਿ ਤੁਸੀਂ ਸਰਕਾਰੀ ਪੱਖ ਦੇ ਵਕੀਲ ਹੋ ਕਿ ਦੋਸ਼ੀਆਂ ਦੀ ਸਿਫਤ ਤੁਸੀਂ ਕਰ ਰਹੇ ਹੋ। ਤਾਂ ਮਤਲਬ ਮੈਨੂੰ ਇਹ ਕਹਿਣਾ ਪਿਆ, ਕਿਉਂਕਿ ਜੋ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਮਿਹਨਤ ਕੀਤੀ ਹੈ, 2-2.5 ਸਾਲ ਲਗਾ ਕੇ ਅਸੀਂ ਮਿਹਨਤ ਕੀਤੀ ਹੋਈ ਹੈ। ਇਹ ਸਾਇੰਟੀਫਿਕ ਇਨਵੈਸਟੀਗੇਸ਼ਨ ਹੈ, ਤੁਸੀਂ ਰਿਪੋਰਟ ਦੇਖੋ। PhD ਦੀ ਥੀਸਿਸ ਜਿਸ ਤਰ੍ਹਾਂ ਹੁੰਦੀ ਹੈ ਨਾ, ਉਹ ਥੀਸਿਸ ਦੀ ਤਰ੍ਹਾਂ ਅਸੀਂ ਰਿਪੋਰਟ ਬਣਾਈ ਹੈ। ਇਸ ਤਰ੍ਹਾਂ ਦੇ ਕਈ ਮਤਲਬ ਫੋਲਡਰਸ ਬਣੇ ਹੋਏ ਨੇ, ਕਈ ਫੋਲਡਰਸ ਬਣੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਜੋ ਸਭ ਤੋਂ ਜੋ CBI ਹੁੰਦੀ ਹੈ ਨਾ, ਸਭ ਤੋਂ ਵੱਡੀ ਏਜੰਸੀ ਸਰਕਾਰ ਦੀ, ਮਤਲਬ ਗਵਰਨਮੈਂਟ ਆਫ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਏਜੰਸੀ ਹੁੰਦੀ ਹੈ ਨਾ, ਉਹ ਕੀ ਹੁੰਦੀ ਹੈ? CBI ਹੁੰਦੀ ਹੈ, ਇਨਵੈਸਟੀਗੇਸ਼ਨ ਦੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ CBI ਵੀ ਇਸ ਤਰ੍ਹਾਂ ਦੀ ਤਫਤੀਸ਼ ਨਹੀਂ ਕਰ ਸਕਦੀ ਹੈ। 400 ਸਾਲ ਉਹਨਾਂ ਨੇ ਬੇਅਦਬੀ ਦੇ ਕੇਸਾਂ ਦੀ ਤਫਤੀਸ਼ ਕਰਕੇ 4 ਜੁਲਾਈ 2019 ਨੂੰ ਕਲੋਜ਼ਰ ਰਿਪੋਰਟ ਫਾਈਲ ਕੀਤਾ। ਅਸੀਂ 12 ਅਕਤੂਬਰ 2019 ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਕੇ 27/5/2019 ਨੂੰ ਤਕਰੀਬਨ 6 ਮਹੀਨੇ ਦੇ ਅੰਦਰ ਚਾਰਜ ਸ਼ੀਟ ਫਾਈਲ ਕੀਤਾ ਅਦਾਲਤ ਦੇ ਵਿੱਚ। ਮੈਂ ਦਾਅਵੇ ਦੇ ਨਾਲ ਕਹਿ ਸਕਦਾ ਹਾਂ, ਕਿਸੇ ਨੂੰ ਵੀ ਹਿੰਮਤ ਹੈ ਜੋ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦਾ ਹੈ, ਉਹ ਜੋ ਪੁਆਇੰਟਸ ਦੇ ਵਿੱਚ ਲਿਖੇ ਗਏ ਨੇ, ਉਹ ਉਸ ਪੁਆਇੰਟਸ ਤੇ, ਕੰਟੈਂਟਸ ਤੇ ਬਹਿਸ ਕਰੋ, ਮੈਰਿਟ ਤੇ ਬਹਿਸ ਕਰੋ। ਤੁਸੀਂ ਇਹ ਨਾ ਕਹੋ ਕਿ ਇੱਕ ਬੰਦੇ ਦਾ ਸਿਗਨੇਚਰ ਹੈ, 4 ਬੰਦੇ ਦਾ ਸਿਗਨੇਚਰ ਹੈ, ਕਿ ਸਾਰਿਆਂ ਦਾ ਹੋਣਾ ਚਾਹੀਦਾ ਹੈ। ਜੋ ਗੱਲ ਇਹਦੇ ਵਿੱਚ ਲਿਖੀ ਹੋਈ ਹੈ ਉਸ ਦੇ ਉੱਤੇ ਤੁਸੀਂ ਬਹਿਸ ਕਰ ਸਕਦੇ ਹੋ, ਠੀਕ ਹੈ ਕਿ ਨਹੀਂ? ਤੇ ਇਸ ਦੇ ਉੱਤੇ ਤਾਂ ਬਹਿਸ ਹੀ ਨਹੀਂ ਹੋਇਆ, ਮੈਰਿਟ ਦੇ ਉੱਤੇ ਕੋਈ ਬਹਿਸ ਨਹੀਂ ਹੋ ਰਿਹਾ। ਉਹ ਉੱਪਰ ਹੀ ਦੀ ਗੱਲ ਚੱਲ ਰਹੀ ਹੈ ਕਿ ਇੱਕ ਬੰਦੇ ਦਾ ਸਿਗਨੇਚਰ ਹੈ, ਕਿ ਫਲਾਣੇ ਦਾ ਸਿਗਨੇਚਰ ਹੈ। ਤੁਸੀਂ ਮੈਰਿਟ ਤੇ ਬਹਿਸ ਕਰੋ। ਮੈਂ ਅੱਜ ਵੀ ਕਰ ਰਿਹਾ ਹਾਂ ਕਿ ਤੁਸੀਂ 2 ਦਿਨ ਲਗਾਓ, 4 ਦਿਨ ਲਗਾਓ, 10 ਦਿਨ ਲਗਾਓ, ਕਿਸੇ ਵੀ ਅਦਾਲਤ ਦੇ ਵਿੱਚ ਮੈਨੂੰ ਮੌਕਾ ਤਾਂ ਦਿਓ। ਮੈਂ ਆਰਗੂਮੈਂਟ ਕਰਨਾ ਚਾਹੁੰਦਾ ਹਾਂ, ਮੇਰੇ ਕੋਲ ਪ੍ਰੂਫ ਹੈ, ਮੇਰੇ ਜਿਹੜੇ ਗਵਾਹ ਨੇ ਉਹਨਾਂ ਗਵਾਹਾਂ ਦੀ ਗਵਾਹੀ ਤਾਂ ਤੁਸੀਂ ਲਓ। ਵਿਟਨੈਸਸ ਨੂੰ ਅਦਾਲਤ ਦੇ ਵਿੱਚ ਜਾਣ ਦਾ ਤਾਂ ਤੁਸੀਂ ਮੌਕਾ ਦਿਓ ਕਿ ਕੀ ਸਾਡੇ ਕੋਲ ਪ੍ਰੂਫ ਹੈ, ਕੀ ਪ੍ਰੂਫ ਨਹੀਂ ਹੈ। ਇੱਕ ਸਭ ਤੋਂ ਜੋ ਅਹਿਮ ਗੱਲ ਹੈ ਇਹਦੇ ਵਿੱਚ, ਲੋਕਾਂ ਨੂੰ
ਇਸ ਚੀਜ਼ ਦਾ ਜਵਾਬ ਕੀ ਦਿਓਗੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਚਲਾਨਾਂ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਦੇ ਸਾਈਨ ਹੈਗੇ ਆ ਜਦਕਿ ਐਸਆਈਟੀ ਦੇ ਬਾਕੀ ਮੈਂਬਰਾਂ ਦੇ ਸਾਈਨ ਨਹੀਂ ਹੈਗੇ? ਦੇਖੋ, ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜੋ ਰਿਪੋਰਟ ਦਿੰਦੇ ਹਾਂ ਨਾ, ਇਹ ਪੁਲਿਸ ਰਿਪੋਰਟ ਜੋ ਹੁੰਦੀ ਹੈ ਉਸ ਨੂੰ ਚਾਰਜ ਸ਼ੀਟ ਕਿਹਾ ਜਾਂਦਾ ਹੈ, ਜਾਂ ਅਸੀਂ ਆਮ ਤੌਰ ਤੇ ਪੰਜਾਬੀ ਦੇ ਵਿੱਚ ਇਹਨੂੰ ਚਲਾਨ ਕਹਿੰਦੇ ਹਾਂ। ਪੁਲਿਸ ਰਿਪੋਰਟ, ਚਾਰਜ ਸ਼ੀਟ ਤੇ ਚਲਾਨ ਇਹ ਇੱਕੋ ਚੀਜ਼ ਹੈ। ਇਹ ਕਿਸੇ ਅਧਿਕਾਰੀ ਨੂੰ ਨਹੀਂ ਦਿੱਤੀ ਜਾਂਦੀ ਹੈ ਜਾਂ ਸਰਕਾਰ ਨੂੰ ਨਹੀਂ ਦਿੱਤਾ ਜਾਂਦਾ ਹੈ। ਇਹ ਸਿੱਧੇ ਮਾਨਯੋਗ ਅਦਾਲਤ, ਜੋ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਹੁੰਦੀ ਹੈ ਨਾ, ਉਸ ਅਦਾਲਤ ਦੇ ਵਿੱਚ ਚਲਾਨ ਪੁੱਟ ਇਨਟੂ ਕੋਰਟ ਕੀਤਾ ਜਾਂਦਾ ਹੈ। ਤੇ ਇਹ ਜਦੋਂ ਚਲਾਨ ਦਾਖਲ ਹੁੰਦਾ ਹੈ ਤੇ ਅਦਾਲਤ ਦੇ ਵਿੱਚ ਜਾਂਦਾ ਹੈ। ਅਸੀਂ ਵੀ ਜੋ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਸੀਗੀ ਫਰੀਦਕੋਟ ਦੇ ਵਿੱਚ, ਜੋ ਸਿਟੀ ਕੋਟ ਕਪੂਰਾ ਦਾ ਇਹ ਕੇਸ ਹੈ, ਤਾਂ ਉਸ ਅਦਾਲਤ ਦੇ ਵਿੱਚ ਅਸੀਂ ਦਾਖਲ ਕਰਾਇਆ। ਠੀਕ ਹੈ, ਜ਼ਾਹਿਰ ਹੈ ਇੱਕ ਬੰਦੇ ਦਾ ਸਾਈਨ ਹੈ। ਠੀਕ ਹੈ, ਅੱਜ ਤੱਕ ਤੁਸੀਂ ਦਿਖਾ ਦਿਓ, ਹਿੰਦੁਸਤਾਨ ਦੇ ਆਜ਼ਾਦ ਹੋਏ 70 ਸਾਲ ਤੋਂ ਜ਼ਿਆਦਾ ਹੋ ਗਏ, ਤੇ ਆਜ਼ਾਦੀ ਤੋਂ ਬਾਅਦ ਵੀ ਤੇ ਆਜ਼ਾਦੀ ਤੋਂ ਪਹਿਲਾਂ ਵੀ ਕੋਈ ਵੀ ਇੱਕ ਚਲਾਨ ਮੈਨੂੰ ਦਿਖਾ ਦਿਓ ਕਿ ਜਿਸ ਦੇ ਉੱਤੇ ਇੱਕ ਤੋਂ ਵੱਧ ਅਫਸਰ ਦਾ ਸਿਗਨੇਚਰ ਹੋਇਆ ਹੋਵੇ। ਤੇ ਮਤਲਬ ਜੋ ਕਿ ਇਸ਼ੂ ਹੀ ਨਹੀਂ ਹੈ ਉਸੇ ਇਸ਼ੂ ਤੇ ਬਹਿਸ ਕੀਤੀ ਜਾ ਰਹੀ ਹੈ। ਇਹ ਰਿਪੋਰਟ ਕਿਸੇ ਮਤਲਬ ਜੇਕਰ ਸਰਕਾਰ ਨੂੰ ਸੌਂਪਣੀ ਹੁੰਦੀ ਨਾ ਤਾਂ 5 ਅਫਸਰਾਂ ਦਾ ਸਿਗਨੇਚਰ ਹੋਣਾ ਸੀ। ਠੀਕ ਹੈ, ਜਦੋਂ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਕੋਈ ਸਟੇਟਸ ਰਿਪੋਰਟ ਗਿਆ ਹੈ ਤਾਂ ਜ਼ਿਆਦਾਤਰ ਤੁਸੀਂ ਦੇਖੋਗੇ 5 ਅਫਸਰਾਂ ਦਾ ਸਾਈਨ ਦੇ ਨਾਲ ਗਿਆ ਹੈ, ਸਾਰਿਆਂ ਦਾ ਸਿਗਨੇਚਰ ਹੋਇਆ ਹੈ। ਅੱਛਾ, ਜਦੋਂ ਚਲਾਨ ਦਿੱਤਾ ਜਾਂਦਾ ਹੈ ਉਸ ਚਲਾਨ ਦੇ ਉੱਤੇ ਇੱਕ ਅਫਸਰ ਦਾ ਹੀ ਸਾਈਨ ਹੁੰਦਾ ਹੈ। ਉਹ ਸਰ ਕੋਈ ਵੀ ਹੋ ਸਕਦਾ? ਕੋਈ ਵੀ ਐਸਆਈਟੀ ਦਾ ਮੈਂਬਰ ਹੋਣਾ ਚਾਹੀਦਾ ਹੈ, ਐਸਆਈਟੀ ਦਾ ਮੈਂਬਰ ਹੋਣਾ ਚਾਹੀਦਾ ਹੈ। ਇਹ ਦੂਸਰਾ ਚਲਾਨ ਸੀ। ਤੁਹਾਨੂੰ ਪਤਾ ਹੈ ਕਿ ਬਹਬਲ ਕਲਾਂ ਕੇਸ ਦੇ ਵਿੱਚ ਅਸੀਂ ਉਦੋਂ ਦੇ ਮੋਗਾ ਦੇ ਐਸਐਸਪੀ ਦੀ ਗ੍ਰਿਫਤਾਰੀ ਕੀਤੀ ਸੀ। ਉਹ ਬਹਬਲ ਕਲਾਂ ਕੇਸ ਦੇ ਵਿੱਚ, ਭਾਵੇਂ ਉਹ ਦੂਸਰੀ ਟੀਮ ਦੇ ਕੋਲ ਸੀਗਾ, ਸਾਡੀ 5 ਮੈਂਬਰੀ ਟੀਮ ਦੇ ਕਿਸੇ ਦੂਸਰੇ ਮੈਂਬਰ ਦੇ ਕੋਲ ਸੀਗਾ ਤਫਤੀਸ਼। ਗ੍ਰਿਫਤਾਰੀ ਸਾਡੀ ਟੀਮ ਨੇ ਕੀਤੀ ਸੀ, ਜੋ ਮੇਰੀ ਨਿੱਜੀ ਟੀਮ ਹੈ ਉਹਨਾਂ ਨੇ ਗ੍ਰਿਫਤਾਰੀ ਕੀਤੀ ਸੀ। ਚਲਾਨ ਹੋਇਆ, ਚਲਾਨ ਜਦੋਂ ਹੋਇਆ ਉਸ ਦੇ ਵਿੱਚ ਵੀ ਇੱਕੋ ਅਫਸਰ ਦਾ ਸਿਗਨੇਚਰ ਹੈ। ਅੱਜ ਤੱਕ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤੀ ਕਿ ਬਹਬਲ ਕਲਾਂ ਕੇਸ ਦੇ ਵਿੱਚ ਮੋਗਾ ਦੇ ਸਾਬਕਾ ਐਸਐਸਪੀ ਦੇ ਖਿਲਾਫ ਜੋ ਚਲਾਨ ਹੋਇਆ ਉਸ ਦੇ ਉੱਤੇ ਵੀ ਇੱਕੋ ਅਫਸਰ ਦਾ ਸਿਗਨੇਚਰ ਹੈ। ਜਦੋਂ ਇਹ ਦੂਸਰੇ ਕੇਸ ਦੇ ਵਿੱਚ ਕੋਟ ਕਪੂਰਾ ਦੇ ਵਿੱਚ ਜਦੋਂ ਚਲਾਨ ਗਿਆ ਉਦੋਂ ਇਹ ਇਸ਼ੂ ਬਣ ਗਿਆ ਕਿ ਇੱਕ ਅਫਸਰ ਦਾ ਹੀ ਸਿਗਨੇਚਰ ਹੈ। ਤੁਸੀਂ ਦੇਖੋ, ਇੱਕ ਸਤਿੰਦਰ ਸਿੰਘ ਐਸਐਸਪੀ ਨੇ ਅੱਜ ਕੱਲ੍ਹ ਲੱਗੇ ਹੋਏ ਨੇ ਮੋਹਾਲੀ, ਜੋ ਪਹਿਲਾ ਚਲਾਨ ਗਿਆ ਹੈ ਇਕੱਲੇ ਉਹਨਾਂ ਦਾ ਸਿਗਨੇਚਰ ਹੈ ਬਹਬਲ ਕੇਸ ਦੇ। ਬਹਿਬਲ ਕਲਾਂ ਕੇਸ 'ਚ ਸਿਰਫ ਸਤਿੰਦਰ ਸਿੰਘ ਦਾ ਸਾਈਨ ਹੈ ਪਹਿਲੇ ਚਲਾਨ ਤੇ? ਯੈਸ, ਕੇਵਲ ਸਤਿੰਦਰ ਸਿੰਘ ਦਾ ਸਿਗਨੇਚਰ ਹੈ। ਇਸ ਚਲਾਨ ਦੇ ਉੱਤੇ ਮੇਰਾ ਸਿਗਨੇਚਰ ਹੈ, ਕਿਉਂਕਿ ਸਤਿੰਦਰ ਸਿੰਘ ਨੂੰ ਉਸ ਕੇਸ ਦਾ ਨਾਰਮਲ ਆਮ ਤੌਰ ਤੇ ਜੇ ਇੱਕ ਹੁੰਦਾ ਹੈ ਨਾ ਕਿ ਇੱਕ ਅਫਸਰ ਨੂੰ ਟਾਸਕ ਦੇ ਦਿੱਤਾ ਜਾਂਦਾ ਹੈ, ਉਹਨਾਂ ਨੂੰ ਉਹਦਾ ਟਾਸਕ ਦਿੱਤਾ ਗਿਆ ਸੀ। ਕੋਟ ਕਪੂਰਾ ਕੇਸ ਦਾ ਟਾਸਕ ਮੈਨੂੰ ਦਿੱਤਾ ਗਿਆ ਸੀ। ਤੇ ਇਹੀ ਡਿਸੀਜਨ ਸੀਗਾ ਕਿ ਜੋ ਮੁੱਖ ਤੌਰ ਤੇ ਤਫਤੀਸ਼ ਕਰ ਰਿਹਾ ਹੈ ਜਿਸ ਕੇਸ ਦਾ, ਉਹ ਸਿਗਨੇਚਰ ਕਰੇਗਾ। ਠੀਕ ਹੈ, ਦੇਖੋ ਹੁੰਦਾ ਕੀ ਹੈ, ਇਹ ਭਾਰਤ ਦਾ ਸੰਵਿਧਾਨ ਹੈ ਜੀ, ਭਾਰਤ ਦਾ ਸੰਵਿਧਾਨ ਹੈ। ਇਹਦੇ ਵਿੱਚ 1 ਤੋਂ ਲੈ ਕੇ 395 ਤੱਕ ਆਰਟੀਕਲਸ ਹੁੰਦੇ ਨੇ। ਤੁਸੀਂ ਜੋ ਪੁੱਛਣਾ ਹੈ ਮੇਰੇ ਤੋਂ ਪੁੱਛ ਸਕਦੇ ਹੋ। ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ, ਪਕੜ ਹੈ ਮੇਰੀ, ਇੰਡੀਅਨ ਕॉन्स्टिट्यूशनल लॉ ਤੇ ਮੇਰੀ ਪੂਰੀ ਪਕੜ ਹੈ। ਐਸਾ ਨਹੀਂ ਹੈ ਕਿ ਚਲਾਨ ਅਸੀਂ ਮਤਲਬ ਐਸੇ ਫਾਈਲ ਕਰ ਦਿੱਤਾ। ਮੈਨੂੰ ਪਕੜ ਹੈ ਕਾਨੂੰਨ ਦੇ ਉੱਤੇ, ਖਾਸ ਕਰਕੇ ਕॉन्स्टिट्यूशनल लॉ ਦੇ ਉੱਤੇ, ਕ੍ਰਿਮੀਨਲ ਲॉ ਦੇ ਉੱਤੇ। ਚਲਾਨ ਦਾਖਲ ਕਰਨ ਤੋਂ ਪਹਿਲਾਂ ਅਦਾਲਤ ਦੇ ਵਿੱਚ ਬਹੁਤ ਸਾਰੇ ਐਡਵੋਕੇਟਸ ਦੇ ਨਾਲ ਅਸੀਂ ਕੰਟੈਕਟ ਕੀਤਾ, ਉਹਨਾਂ ਨੂੰ ਦਿਖਾਇਆ ਸਾਰਾ ਕੁਝ। ਸਾਰੇ ਕਰਦੇ ਨੇ ਕਿਉਂਕਿ ਲੀਗਲ ਸਕਰੂਟਨੀ ਤਾਂ ਹੁੰਦੀ ਹੈ ਨਾ ਕਿ ਕਾਨੂੰਨੀ ਪੱਖੋਂ ਇਹ ਚਲਾਨ ਮਤਲਬ ਅਦਾਲਤ ਦੇ ਵਿੱਚ ਦੇਣ ਯੋਗ ਹੈ ਕਿ ਨਹੀਂ ਹੈ। ਤੇ ਅਸੀਂ ਜੋ ਬਹੁਤ ਹੀ ਕਾਬਿਲ ਐਡਵੋਕੇਟਸ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਵਿਖਾ ਕੇ ਸਾਰਾ ਕੁਝ ਫਿਰ ਅਸੀਂ ਅਦਾਲਤ ਦੇ ਵਿੱਚ ਇਹ ਚਲਾਨ ਪ੍ਰੈਜ਼ੈਂਟ ਕੀਤਾ। ਠੀਕ ਹੈ, ਚਲਾਨ ਪ੍ਰੈਜ਼ੈਂਟ ਹੋ ਗਿਆ, ਸਾਰਾ ਕੁਝ ਹੋ ਗਿਆ। ਜਿਸ ਦਿਨ ਚਲਾਨ ਪ੍ਰੈਜ਼ੈਂਟ ਹੁੰਦਾ ਹੈ ਉਸ ਦਿਨ ਮਾਨਯੋਗ ਅਦਾਲਤ ਦੇ ਵਿੱਚ ਵੀ ਚਲਾਨ ਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਚਲਾਨ ਦਰੁਸਤ ਹੈ ਕਿ ਨਹੀਂ। ਤੁਸੀਂ 27/5 ਦਾ ਮਾਨਯੋਗ ਅਦਾਲਤ JMIC ਫਰੀਦਕੋਟ ਦੀ ਅਦਾਲਤ ਦਾ 1 ਸਫ਼ੇ ਦਾ ਆਰਡਰ ਦੇਖੋਗੇ ਕਿ ਚਲਾਨ ਪ੍ਰੈਜ਼ੈਂਟ ਕੀਤਾ ਗਿਆ, ਚਲਾਨ ਚੈੱਕ ਕੀਤਾ ਗਿਆ, ਦਰੁਸਤ ਪਾਇਆ ਗਿਆ, ਦਰੁਸਤ ਪਾਇਆ ਗਿਆ। ਠੀਕ ਹੈ, 27/5 ਦਾ ਆਰਡਰ ਹੈ, ਤੁਸੀਂ ਦੇਖ ਲਓ, ਮੇਰੇ ਕੋਲ ਹੈ, ਇੱਥੇ ਮੇਰੇ ਕੋਲ ਪਿਆ ਹੋਇਆ ਹੈ। ਆਹ ਦੇਖੋ 27/5 ਦਾ ਆਰਡਰ ਕਿ ਚਲਾਨ ਦਰੁਸਤ ਪਾਇਆ ਗਿਆ। ਇੱਥੇ ਮਾਨਯੋਗ ਮੈਜਿਸਟ੍ਰੇਟ, ਜੋ ਵੀ ਜੁਡੀਸ਼ੀਅਲ ਮੈਜਿਸਟ੍ਰੇਟ, ਉਹਨਾਂ ਦਾ ਸਿਗਨੇਚਰ ਵੀ ਹੈ ਕਿ ਚਲਾਨ ਦਰੁਸਤ ਪਾਇਆ ਗਿਆ। ਜੇਕਰ ਮੰਨ ਲਓ ਕੋਈ ਆਬਜੈਕਸ਼ਨ ਹੁੰਦਾ ਚਲਾਨ ਦੇ ਵਿੱਚ ਤੇ ਚਲਾਨ ਪੁੱਟ ਇਨਟੂ ਕੋਰਟ ਨਹੀਂ ਹੁੰਦਾ। ਠੀਕ ਹੈ, ਤੇ ਦਰੁਸਤ
ਹੋਣ ਤੋਂ ਬਾਅਦ ਜਾ ਕੇ ਚੈਕਿੰਗ ਤੋਂ ਬਾਅਦ ਜਦੋਂ ਦਰੁਸਤ ਪਾਇਆ ਗਿਆ ਇੱਥੇ ਆਰਡਰ ਹੈ, ਇਹ ਮਤਲਬ ਜੁਡੀਸ਼ੀਅਲ ਮੈਜਿਸਟ੍ਰੇਟ ਦਾ ਆਰਡਰ ਹੈ, ਠੀਕ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਕੋਈ ਛੋਟਾ ਮੋਟਾ ਪੋਸਟ ਨਹੀਂ ਹੁੰਦਾ ਹੈ। ਉਸ ਤੋਂ ਬਾਅਦ ਦੇਖੋ ਜਦੋਂ ਚਲਾਨ ਦਾਖਲ ਹੋ ਗਿਆ, ਦੋਸ਼ੀਆਂ ਨੂੰ ਬੁਲਾਇਆ ਜਾਂਦਾ ਹੈ ਕਿ ਚਲਾਨ ਆਇਆ ਹੈ ਤੁਹਾਡੇ ਖਿਲਾਫ, ਤੁਸੀਂ ਚਲਾਨ ਦੀ ਕਾਪੀ ਲੈ ਜਾਓ, ਠੀਕ ਹੈ। ਉਹ ਆਏ, ਚਲਾਨ ਦੀ ਕਾਪੀ ਲੈ ਗਏ, ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤਾ। ਸਭ ਤੋਂ ਪਹਿਲਾਂ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤਾ ਕਿ ਇਸ ਚਲਾਨ ਦੇ ਉੱਤੇ ਇੱਕੋ ਅਫਸਰ ਦਾ ਸਿਗਨੇਚਰ ਹੈ ਤੇ ਅਸੀਂ ਇਸ ਦੇ ਉੱਤੇ ਆਬਜੈਕਸ਼ਨ ਕਰ ਰਹੇ ਹਾਂ, ਠੀਕ ਹੈ। ਸੁਣਵਾਈ ਹੋਈ, ਇੱਕ ਦਿਨ ਨਹੀਂ ਹੋਈ, ਕਈ ਦਿਨ ਤੱਕ ਸੁਣਵਾਈ ਹੁੰਦੀ ਰਹੀ, 2 ਦਿਨ 4 ਦਿਨ 5 ਦਿਨ, ਟਾਈਮ ਟੂ ਟਾਈਮ ਡੇਟ ਪੈਂਦੇ ਗਏ। ਆਰਗੂਮੈਂਟ ਉਹਨਾਂ ਵੱਲੋਂ ਵੀ ਕੀਤੀ ਗਈ, ਆਰਗੂਮੈਂਟ ਸਾਡੇ ਪ੍ਰੋਸੀਕਿਊਸ਼ਨ ਵੱਲੋਂ ਵੀ ਕੀਤੀ ਗਈ। ਤੇ ਜਦੋਂ ਆਰਗੂਮੈਂਟਸ ਪੂਰੇ ਹੋ ਗਏ, ਬਹਿਸ ਪੂਰੀ ਹੋ ਗਈ, ਤੇ ਤੁਸੀਂ ਦੇਖੋਗੇ 3 ਅਗਸਤ 2019 ਨੂੰ 3/8/2019 ਨੂੰ ਆ ਦੇਖੋ 2 ਆਰਡਰ ਹੋਏ ਨੇ। ਇਹ ਕੋਈ ਆधे पेज या 1 पेज ਦਾ ਆਰਡਰ ਨਹੀਂ ਹੈ, 2 ਵੱਖਰੇ ਤੌਰ ਤੇ ਵੱਖਰੇ ਆਰਡਰ ਹੋਏ ਨੇ ਜੋ ਮਾਨਯੋਗ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਇੱਕ ਜੋ ਉਹਨਾਂ ਨੇ ਆਬਜੈਕਸ਼ਨ ਰੇਜ ਕੀਤਾ ਸੀ, ਸਾਰੇ ਆਬਜੈਕਸ਼ਨਸ ਨੂੰ ਓਵਰ ਰੂਲ ਕੀਤਾ ਗਿਆ ਹੈ। ਸਪੀਕਿੰਗ ਆਰਡਰ ਹੈ, ਇਹਦੇ ਵਿੱਚ ਇਹ ਚੀਜ਼ ਵੀ ਹੈ। ਤੇ ਕਲੀਅਰ ਕਟ ਆ ਗਿਆ ਕਿ ਨਹੀਂ, ਕੁੰਵਰ ਵਿਜੇ ਪ੍ਰਤਾਪ ਸਿੰਘ in the capacity of a member of the SIT is fully competent to sign on this charge sheet। ਇਹਦੇ ਵਿੱਚ ਹੈ, ਤੁਸੀਂ ਦੇਖ ਲਓ ਨਾ, ਤੁਸੀਂ ਕਾਪੀ ਲੈ ਜਾਓ, ਦੇਖ ਲਓ ਕਾਪੀ ਤਾਂ ਦੇਖੋ ਇਹ ਵੈਬਸਾਈਟ ਦੇ ਉੱਤੇ ਹੈ, ਤੁਸੀਂ ਵੀ ਲੈ ਕੇ ਜਾ ਸਕਦੇ ਹੋ। ਦੂਸਰੇ ਆਰਡਰ ਦੇ ਨਾਲ ਉਹਨਾਂ ਨੇ, ਚूँकि ਇਹ ਸੈਸ਼ਨ ਟਰਾਇਲ ਕੋਰਟ ਕੇਸ ਹੈ, ਇਹ ਕੇਸ ਜੋ ਹੈ ਸੈਸ਼ਨ ਟਰਾਇਲ ਹੈ, ਉਹਨਾਂ ਨੇ ਕੀ ਕੀਤਾ ਕਿ ਇਸ ਕੇਸ ਨੂੰ ਸੈਸ਼ਨ ਟਰਾਇਲ ਵਾਸਤੇ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਭੇਜ ਦਿੱਤਾ, ਠੀਕ ਹੈ। ਤੇ 3/8/2019 ਨੂੰ ਇਸ ਚੀਜ਼ ਦੇ ਉੱਤੇ ਵਿਰਾਮ ਲੱਗ ਗਿਆ ਕਿ ਚਲਾਨ ਇੱਕੋ ਅਫਸਰ ਦਾ ਸਿਗਨੇਚਰ ਦੇ ਨਾਲ ਆਇਆ ਹੈ ਜਾਂ ਕੋਈ ਇਰੈਗੂਲਰਿਟੀ ਹੈ ਜਾਂ ਕੁਝ ਹੈ, ਇਹ ਸਾਰਾ ਕੁਝ ਹੈ। ਦੋ ਤੁਸੀਂ ਦੇਖੋ ਸਪੀਕਿੰਗ ਆਰਡਰਸ ਕੋਰਟ ਨੇ ਠੀਕ ਮੰਨ ਲਿਆ, ਉਹਨਾਂ ਦੇ ਆਬਜੈਕਸ਼ਨ ਨੂੰ ਓਵਰ ਰੂਲ ਕੀਤਾ। ਫਿਰ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਇਹਨਾਂ ਨੂੰ ਨੋਟਿਸ ਦੇ ਕੇ ਬੁਲਾਇਆ ਗਿਆ ਕਿ ਹੁਣ ਆਓ, ਤੁਸੀਂ ਤੁਹਾਡੇ ਖਿਲਾਫ ਚਲਾਨ ਕਮਿਟ ਹੋ ਕੇ ਆ ਗਿਆ, ਕਿਉਂਕਿ ਇਹ ਚूँकि 307 ਜਾਂ ਜੋ ਵੱਡੇ ਕੇਸ ਹੁੰਦੇ ਨੇ ਉਹ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਦਾ ਟਰਾਇਲ ਹੁੰਦਾ ਹੈ। ਉੱਥੇ ਫਿਰ ਉਹਨਾਂ ਨੇ ਸੇਮ ਆਬਜੈਕਸ਼ਨ ਪਾਇਆ, ਸੇਮ ਆਬਜੈਕਸ਼ਨ, ਠੀਕ ਹੈ, ਤੁਹਾਡਾ ਹੱਕ ਬਣਦਾ ਹੈ, ਤੁਸੀਂ ਕਰੋ। ਆਮ ਤੌਰ ਤੇ ਜਦੋਂ ਇਨਫਲੂਐਂਸ਼ੀਅਲ, ਬਹੁਤ ਜ਼ਿਆਦਾ ਇਨਫਲੂਐਂਸ਼ੀਅਲ ਪੈਸੇ ਵਾਲੇ ਜਿਹੜੇ ਹੁੰਦੇ ਨੇ ਦੋਸ਼ੀ, ਉਹ ਆਪਣਾ ਇਹ ਸਾਰਾ ਕੁਝ ਤਰਤੀਬ, ਜੋ ਗਰੀਬ ਹੁੰਦਾ ਹੈ ਉਹਨੂੰ ਤਾਂ ਪਤਾ ਹੀ ਨਹੀਂ ਹੈ, ਕਿਉਂਕਿ ਉਹਦਾ ਵਕੀਲ ਵੀ ਬਹੁਤ ਹੀ ਦੇਖੋ ਲਿਮਿਟਿਡ ਨੌਲੇਜ ਵਾਲਾ, ਜਾਂ ਵੈਸੇ ਵਕੀਲ ਤਾਂ ਸਾਰੇ ਕਾਬਿਲ ਹੁੰਦੇ ਨੇ, ਲੇਕਿਨ ਤੁਹਾਨੂੰ ਵੀ ਪਤਾ ਹੈ ਕਿ ਕਈ ਵਕੀਲ ਬਹੁਤ ਜ਼ਿਆਦਾ ਕਾਬਿਲ ਹੁੰਦੇ ਨੇ ਜਾਂ ਕਈ ਵਕੀਲਾਂ ਦਾ ਬਹੁਤ ਨਾਂ ਹੁੰਦਾ ਹੈ। ਤੇ ਉਹਨਾਂ ਨੇ ਫਿਰ ਉੱਥੇ ਆਬਜੈਕਸ਼ਨ ਰੇਜ ਕੀਤਾ, ਸੇਮ ਆਬਜੈਕਸ਼ਨ। ਤੇ ਦੇਖੋ 3/8 ਤੋਂ ਬਾਅਦ 3 ਮਹੀਨੇ ਤੱਕ ਸੁਣਵਾਈ ਹੁੰਦੀ ਰਹੀ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ। 3 ਮਹੀਨੇ ਤੱਕ ਇਹ ਸੁਣਵਾਈ ਹੁੰਦੀ ਰਹੀ ਕਿ ਇੱਕ ਬੰਦੇ ਦੇ ਸਿਗਨੇਚਰ ਦੇ ਨਾਲ ਜੋ ਚਲਾਨ ਆਇਆ ਹੈ ਉਹ ਸਹੀ ਹੈ ਕਿ ਨਹੀਂ ਹੈ। ਹਾਲਾਂਕਿ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਚਲਾਨ ਨੂੰ ਸਹੀ ਕਰਾਰ ਦਿੱਤਾ ਸੀ, ਉਹਨਾਂ ਦੇ ਆਬਜੈਕਸ਼ਨ ਨੂੰ ਓਵਰ ਰੂਲ ਕਰ ਦਿੱਤਾ ਸੀ। ਤੇ ਜਦੋਂ ਬਹਿਸ ਚਲੀ, ਕਾਫੀ ਬਹਿਸ ਚਲੀ, ਉਸ ਤੋਂ ਬਾਅਦ ਉਹਨਾਂ ਨੇ 15/11/2019 ਨੂੰ ਸਾਰੇ ਆਬਜੈਕਸ਼ਨ ਉੱਥੇ ਵੀ ਸੈਸ਼ਨ ਅਦਾਲਤ ਦੇ ਵਿੱਚ ਵੀ ਓਵਰ ਰੂਲ ਹੋ ਗਏ। ਕਲੀਅਰ ਕੱਟ ਤੁਸੀਂ ਦੇਖੋਗੇ, ਕਲੀਅਰ ਕੱਟ ਆਰਡਰ ਆ ਗਿਆ ਸੈਸ਼ਨ ਕੋਰਟ ਦਾ, ਆ ਤੁਸੀਂ ਦੇਖ ਲਓ ਤੁਸੀਂ। It has been rightly observed that the report under section 173 CRPC has been rightly presented and member of the SIT has authority to submit the same. Member of the SIT means Kunwar Vijay Pratap Singh has authority to submit the same. ਇਹ 15/11 ਦਾ ਤੁਸੀਂ ਆਰਡਰ ਦੇਖ ਸਕਦੇ ਹੋ, ਇਹ ਵੀ ਸਪੀਕਿੰਗ ਆਰਡਰ ਹੈ। ਇਸ ਤਰੀਕੇ ਦੇ ਨਾਲ ਉਸ ਦਿਨ 6-7 ਆਰਡਰ ਹੋਏ ਸੀਗੇ, ਕਿਉਂਕਿ ਕਈ ਅਕਿਊਜ਼ਡ ਨੇ ਵੱਖਰੇ ਤੌਰ ਤੇ ਮਿਲਦਾ ਜੁਲਦਾ ਹੀ ਉਹਨਾਂ ਨੇ ਪਟੀਸ਼ਨ ਪਾਇਆ ਸੀ ਆਬਜੈਕਸ਼ਨ ਦੇ ਰੂਪ ਦੇ ਵਿੱਚ, ਤੇ ਕਈ ਆਰਡਰ ਇਸ ਤਰ੍ਹਾਂ ਦੇ ਹੋਏ। ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਆਗੇ ਇਹ ਲਿਖਿਆ ਹੈ ਕਿ ਜੋ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਜੋ ਆਰਡਰ 3/8/2019 ਨੂੰ ਹੋਏ ਨੇ ਉਹ ਸਾਰੇ ਆਰਡਰ ਦਰੁਸਤ ਨੇ, ਵੈਲਿਡ ਆਰਡਰ ਨੇ, ਤੇ ਹੁਣ ਕਿਸੇ ਕਿਸਮ ਦੀ ਗੁੰਜਾਇਸ਼ ਨਹੀਂ ਰਹੀ। ਠੀਕ, ਹੁਣ ਇਹਨੂੰ ਇਹ ਮੰਨਿਆ ਜਾਏ ਕਿ ਕੇਸ ਨੂੰ ਡਿਫੈਂਡ ਨਹੀਂ ਕੀਤਾ ਗਿਆ ਸਹੀ ਤਰ੍ਹਾਂ ਨਾਲ ਕੋਰਟ 'ਚ। ਸੁਣੋ, ਕਈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇਸ ਦਾ ਟਰਾਇਲ ਫਰੀਦਕੋਟ ਦੀ ਅਦਾਲਤ ਦੇ ਵਿੱਚ ਹੋਣਾ ਹੈ,
ਅਸੀਂ ਹਾਈ ਕੋਰਟ ਦੇ ਵਿੱਚ ਕੋਈ ਰਿਪੋਰਟ ਨਹੀਂ ਸਬਮਿਟ ਕੀਤੀ ਹੈ, ਅਸੀਂ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਸਬਮਿਟ ਕੀਤੀ ਹੈ। ਟਰਾਇਲ ਕਿੱਥੇ ਹੋਣਾ ਹੈ? ਟਰਾਇਲ ਕੋਰਟ ਦੇ ਵਿੱਚ। ਟਰਾਇਲ ਕੋਰਟ ਕੌਣ ਹੈ? ਸੈਸ਼ਨ ਅਦਾਲਤ ਫਰੀਦਕੋਟ ਦੀ, ਠੀਕ ਹੈ। ਤੇ ਇਹਦੇ ਵਿੱਚ ਇਹ ਹੋਇਆ ਕਿ ਹਾਈ ਕੋਰਟ ਦੇ ਵਿੱਚ ਜਦੋਂ ਰਿਟ ਫਾਈਲ ਹੋ ਗਿਆ ਤਾਂ ਉੱਥੇ ਵੀ ਬਹਿਸ ਹੁੰਦੀ ਰਹੀ, ਲੇਕਿਨ ਬਹਿਸ ਜ਼ਿਆਦਾ ਹੋਈ ਨਹੀਂ। ਮੰਨ ਲਓ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪੈ ਵੀ ਗਈ, ਕੋਈ ਦਿੱਕਤ ਨਹੀਂ ਸੀ। ਲੋਕਡਾਊਨ ਆ ਗਿਆ, ਜਦੋਂ ਲੋਕਡਾਊਨ ਆ ਗਿਆ ਤਾਂ ਫਰੀਦਕੋਟ ਦੀ ਅਦਾਲਤ ਸਾਰੇ ਮਤਲਬ ਤੁਸੀਂ ਦੇਖੋਗੇ ਡਿਸਟ੍ਰਿਕਟ ਕੋਰਟਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਕੰਮ ਬੰਦ ਹੋ ਗਿਆ। ਫਿਰ ਇਹ ਜਦੋਂ ਕੰਮ ਜਦੋਂ ਸ਼ੁਰੂ ਹੋਇਆ ਤੁਸੀਂ ਦੇਖੋਗੇ ਅਪ੍ਰੈਲ ਇਸੇ ਮਹੀਨੇ ਦੇ 2-3 ਤਾਰੀਖ ਨੂੰ ਇੱਕ ਦਿਨ ਸਾਰੇ ਦੇ ਸਾਰੇ ਦੋਸ਼ੀ ਉੱਥੇ ਇਕੱਠੇ ਹੋਏ ਸੀਗੇ ਡੇਟ ਦੇ ਉੱਤੇ। ਲੋਕਾਂ ਨੂੰ ਵੀ ਲੱਗਿਆ, ਸਾਨੂੰ ਵੀ ਲੱਗਿਆ ਕਿ ਹਾਂ ਹੁਣ ਤਾਂ ਕੰਮ ਸ਼ੁਰੂ ਹੋ ਗਿਆ, ਠੀਕ ਹੈ। ਤੇ ਨੈਕਸਟ ਡੇਟ ਦੇ ਉੱਤੇ ਬਹਿਸ ਹੋਣੀ ਸੀ, ਕਿਉਂਕਿ ਦੇਖੋ ਇੱਕ ਦੋਸ਼ੀ ਨੋਟਿਸ ਰਿਸੀਵ ਕਰਦਾ ਸੀ, ਦੂਸਰਾ ਨਹੀਂ ਕਰਦਾ ਸੀ। ਇਹ ਵੀ ਇੱਕ ਤਰੀਕਾ ਹੁੰਦਾ ਹੈ। ਮੰਨ ਲਓ 7 ਦੋਸ਼ੀ ਨੇ, ਇੱਕ ਨੇ ਨੋਟਿਸ ਰਿਸੀਵ ਕਰ ਲਿਆ, ਦੂਸਰੇ ਨੇ ਨਹੀਂ ਕੀਤਾ। ਇੱਕ ਟੈਕਟਿਕਸ ਹੁੰਦਾ ਹੈ ਡਿਲੇ ਕਰਾਉਣ ਦਾ, ਤਾਂ ਡਿਲੇ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ। ਤੁਸੀਂ ਦੇਖਿਆ ਵੀ ਕਿ ਜਦੋਂ ਨੋਟਿਸ ਲੈ ਕੇ ਲੋਕੀ ਜਾਂਦੇ ਸੀ ਸਾਡੇ ਅਫਸਰ, ਤਾਂ ਉੱਥੇ ਕੀ ਕਰਦੇ ਸੀ, ਸਿਕਿਉਰਿਟੀ ਵਾਲੇ ਬੋਲਦੇ ਸੀ ਕਿ ਸਾਹਿਬ ਨਹੀਂ ਹੈ ਜੀ ਸਾਹਿਬ। ਤਾਂ ਸਾਹਿਬ ਨੂੰ ਮਤਲਬ ਕਿਉਂਕਿ ਇਸ ਕੇਸ ਦੇ ਵਿੱਚ ਤਾਂ ਵੱਡੇ ਵੱਡੇ ਅਫਸਰ ਦੋਸ਼ੀ ਦੇ ਰੂਪ ਦੇ ਵਿੱਚ ਨੇ। ਤੇ ਇਸ ਤੋਂ ਇਲਾਵਾ ਜੋ ਸਭ ਤੋਂ ਵੱਡੀ ਗੱਲ ਹੈ ਰਿਟ ਦੇ ਵਿੱਚ, ਉਸ ਰਿਟ ਦੇ ਵਿੱਚ ਵੀ ਮੈਂ ਹਮੇਸ਼ਾ ਇਹ ਕਹਿੰਦਾ ਰਹਾ, ਮੇਰੇ ਰਿਪਲਾਈ ਗਈ ਹੈ। ਮੈਂ ਆਪਣੇ ਜਿਹੜੇ ਵਕੀਲ ਪੇਸ਼ ਹੁੰਦੇ ਸੀ, ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਇਹ ਗੱਲ ਮੈਂ ਕਹਿੰਦੇ ਰਿਹਾ ਕਿ ਤੁਸੀਂ ਦੇਖੋ, ਤੁਸੀਂ 1 ਦਿਨ 2 ਦਿਨ 3 ਦਿਨ 4 ਦਿਨ, ਕਿਉਂਕਿ ਇਹ ਨੈਸ਼ਨਲ ਇੰਪੋਰਟੈਂਸ ਦਾ ਕੇਸ ਹੈ, ਠੀਕ ਹੈ ਨਾ ਜੀ, ਠੀਕ ਹੈ ਨਾ, ਇਹ ਰਾਸ਼ਟਰੀ ਮਹੱਤਤਾ ਦਾ ਕੇਸ ਹੈ। ਮੈਨੂੰ 2 ਦਿਨ 4 ਦਿਨ 5 ਦਿਨ ਆਰਗੂਮੈਂਟਸ ਵਾਸਤੇ ਇੱਕ ਮੌਕਾ ਤਾਂ ਦਿਲਵਾ ਦਿਓ। ਮੇਰੀ ਸ਼ਕਲ ਭੁੱਲ ਜਾਓ, ਹੋ ਸਕਦਾ ਹੈ ਕਿ ਕਿਸੇ ਨੂੰ ਪਸੰਦ ਨਾ ਹੋਵੇ। ਜੋ ਇਸ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਹੈ, ਜੋ ਤੱਥ ਦਿੱਤੇ ਹੋਏ ਨੇ, ਉਹਨਾਂ ਤੱਥਾਂ ਦੇ ਉੱਤੇ ਮੈਨੂੰ ਬਹਿਸ ਕਰਨ ਦਾ ਇੱਕ ਮੌਕਾ ਦੇ ਦਿਓ, ਠੀਕ ਹੈ ਨਾ। ਕਿਹਨੂੰ ਕਿਹਾ ਤੁਸੀਂ? ਆਪਣੇ ਜਿਹੜੇ ਐਡਵੋਕੇਟ ਸਰਕਾਰ ਆਪਣੇ ਵਕੀਲਾਂ ਨੂੰ ਮੰਗਦੇ ਸੀ, ਲੇਕਿਨ ਨਾ ਤਾਂ ਉਹਨਾਂ ਨੇ ਬਹਿਸ ਕੀਤੀ, ਨਾ ਹੀ ਮੈਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਗਿਆ। ਮਾਨਯੋਗ ਹਾਈ ਕੋਰਟ ਦਾ ਜੁਰਿਸਡਿਕਸ਼ਨ ਕਦੋਂ ਬਣਦਾ ਹੈ? ਜਦੋਂ ਇੱਥੇ ਕਾਰਵਾਈ ਪੂਰੀ ਹੋ ਗਈ, ਸੁਣਵਾਈ ਹੋ ਗਈ, ਅਪੀਲ ਦੇ ਵਿੱਚ ਬਣਦਾ ਹੈ। ਅਪੀਲ ਦੇ ਵਿੱਚ ਕੋਈ ਹਾਈ ਕੋਰਟ ਜਾ ਸਕਦਾ ਹੈ। ਜੋ ਹਾਈ ਕੋਰਟ ਦੇ ਵਿੱਚ ਰਿਟ ਜੋ ਫਾਈਲ ਕੀਤੇ ਗਏ ਸੀਗੇ, ਇਹ ਸਾਰੇ ਸਿਵਲ ਲਿਟੀਗੇਸ਼ਨਸ ਨੇ। FIR ਦਰਜ ਹੈ। FIR ਦਰਜ ਹੋਣ ਤੋਂ ਬਾਅਦ, FIR ਜਦੋਂ ਦਰਜ ਹੋ ਗਿਆ, ਚਲਾਨ ਵੀ ਹੋ ਗਿਆ, ਤੇ ਮੰਨ ਲਓ 207 CRPC ਦੀ ਕਾਰਵਾਈ ਵੀ ਪੂਰੀ ਹੋ ਗਈ, ਤਾਂ ਸੁਣਵਾਈ ਕਿਸ ਚੀਜ਼ ਦੇ ਵਿੱਚ ਹੋ ਰਿਹਾ ਹੈ? 226 ਦੇ ਵਿੱਚ ਹੋ ਰਿਹਾ ਹੈ। ਸਿਵਲ ਰਿਟ ਪਟੀਸ਼ਨ ਜੀ, ਸਿਵਲ ਰਿਟ ਪਟੀਸ਼ਨ। ਮੈਂ ਆਪਣੇ ਵਕੀਲ ਸਾਹਿਬਾਨ ਨੂੰ ਇਹ ਕਿਹਾ ਕਿ ਦੇਖੋ, ਇਹ ਹੱਥਕੰਡੇ ਅਪਣਾਉਂਦੇ ਨੇ ਦੋਸ਼ੀ, ਠੀਕ ਹੈ। ਤੁਸੀਂ ਇਸ ਦੀ ਮੇਨਟੇਨੇਬਿਲਿਟੀ ਦੇ ਉੱਤੇ ਬਹਿਸ ਕਰਨੀ ਹੈ। ਮੇਨਟੇਨੇਬਿਲਿਟੀ ਕਿ ਕ੍ਰਿਮੀਨਲ ਕੇਸ ਜੋ ਹੈ ਤੇ ਟਰਾਇਲ ਵੀ ਸ਼ੁਰੂ ਹੋ ਗਿਆ ਹੈ, ਤੇ ਸਿਵਲ ਰਿਟ ਪਟੀਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਏਗਾ? ਆਰਟੀਕਲ 226 ਦੇ ਵਿੱਚ, ਠੀਕ ਹੈ। ਉਹਨਾਂ ਨੇ ਕਿਹਾ ਵੀ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸ਼ੁਰੂਆਤੀ ਦੌਰ ਦੇ ਵਿੱਚ ਬਹਿਸ ਵੀ ਐਸੇ ਮਤਲਬ ਪੁਆਇੰਟ ਤੇ ਹੋਈ ਕਿ ਸਿਵਲ ਰਿਟ ਪਟੀਸ਼ਨ ਦੇ ਉੱਤੇ ਦੇ ਵਿੱਚ ਕੇਸ ਨਹੀਂ ਆ ਸਕਦਾ ਹੈ, ਤੇ ਰਿਟ ਨੂੰ ਡਿਸਮਿਸ ਕੀਤਾ ਜਾਵੇ। ਲੇਕਿਨ ਬਾਅਦ ਦੇ ਵਿੱਚ ਕੀ ਹੋਇਆ, ਸਾਡੇ ਵਕੀਲਾਂ ਦਾ ਜੋ ਪੱਖ ਸੀਗਾ, ਉਹ ਮਤਲਬ ਉਹ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ। ਦਿੱਲੀੋਂ ਆਉਂਦੇ ਸੀ, ਅਸੀਂ ਤਾਂ ਡਰ ਵੀ ਜਾਂਦੇ ਸੀ। ਦਿੱਲੀ ਜਾ ਕੇ ਇੱਕ ਚਪਰਾਸੀ ਦੀ ਤਰ੍ਹਾਂ ਉਹਨਾਂ ਦੇ ਦਫ਼ਤਰ ਦੇ ਬਾਹਰ ਖੜਾ ਹੋਣਾ ਪੈਂਦਾ ਸੀ ਜਦੋਂ ਅਸੀਂ ਬਰੀਫਿੰਗ ਵਾਸਤੇ ਜਾਂਦੇ ਸੀ। ਉਹਨਾਂ ਦੀ ਫੀਸ ਦੇ ਬਾਰੇ ਮੈਂ ਕੁਝ ਨਹੀਂ ਕਹਾਂਗਾ। ਉਹ ਫੀਸ ਤਾਂ ਦੇਖੋ, ਇੱਕ ਦਿਨ ਦੀ ਪੇਸ਼ੀ ਦਾ ਜੋ ਫੀਸ ਹੁੰਦਾ ਸੀ, ਮੇਰੇ 3 ਸਾਲ ਦੀ ਸੈਲਰੀ ਦੇ ਬਰਾਬਰ ਹੁੰਦਾ ਸੀ। ਉਹਨਾਂ ਵਕੀਲਾਂ ਦੇ ਨਾਲ ਮਤਲਬ ਗੱਲ ਕਰਨਾ ਵੀ 1 ਮਿੰਟ 2 ਮਿੰਟ ਗੱਲ ਹੋ ਜਾਏ, ਇਹੀ ਬਹੁਤ ਜ਼ਿਆਦਾ ਹੈ। ਤੇ ਉਹਨਾਂ ਨੂੰ ਕਿਸ ਨੇ ਇੰਗੇਜ ਕੀਤਾ, ਕਿਸ ਨੇ ਨਹੀਂ ਕੀਤਾ, ਇਹ ਸਾਰਾ ਕੁਝ ਮੈਨੂੰ ਨਹੀਂ ਪਤਾ ਹੈ। ਲੇਕਿਨ ਸਾਨੂੰ ਇਹ ਲੱਗ ਰਿਹਾ ਸੀ ਕਿ ਚਲੋ ਵੱਡੇ ਵਕੀਲ ਆ ਰਹੇ ਨੇ, ਤਾਂ ਉਹਨਾਂ ਦੀ ਗੱਲ ਵੀ ਕੁਝ ਵੱਡੀ ਹੋਗੀ। ਤਾਂ ਅਸੀਂ ਹਮੇਸ਼ਾ ਇਹੀ ਕਿਹਾ ਕਿ ਦੇਖੋ, ਸਿਵਲ ਰਿਟ ਪਟੀਸ਼ਨ ਦੇ ਉੱਤੇ ਤੁਸੀਂ ਆਬਜੈਕਸ਼ਨ ਰੇਜ਼ ਕਰੋ, ਕਿਉਂਕਿ ਜੁਡੀਸ਼ੀਅਲ ਸਿਸਟਮ ਨੂੰ ਸਕੈਂਡਲਾਈਜ਼ ਕਰਨ ਦਾ ਇੱਕ ਪ੍ਰਯਾਸ ਕੀਤਾ ਜਾ ਰਿਹਾ ਹੈ। ਇਹ ਕਿਤਾਬ ਹੈ ਜੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ। ਇਨਵੈਸਟੀਗੇਸ਼ਨ ਜੋ ਹੁੰਦਾ ਹੈ, ਟਰਾਇਲ ਹੁੰਦਾ ਹੈ, ਮਤਲਬ ਸਿਵਲ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਤਹਿਤ ਹੁੰਦਾ ਹੈ, ਠੀਕ ਹੈ। ਜੋ ਅਸੀਂ ਰਿਪੋਰਟ ਕਰਦੇ ਹਾਂ 173 ਦੀ ਜੋ ਚਲਾਨ ਹੁੰਦਾ ਹੈ, ਉਹ ਸਾਰਾ ਵੀ ਵਿਸਤਾਰਪੂਰਵਕ ਇਸ ਕਿਤਾਬ ਦੇ ਵਿੱਚ ਦਿੱਤਾ ਹੋਇਆ ਹੈ। ਇਹ ਜਿਹੜੀ ਬੁੱਕ ਹੈ, ਇਹ ਕਿਤਾਬ ਹੈ ਜੀ ਰਤਨ ਲਾਲ ਐਂਡ ਧੀਰਜ ਲਾਲ। ਇਸ ਤੋਂ ਵਧੀਆ ਕੋਈ ਕਿਤਾਬ ਨਹੀਂ ਹੈ ਇੰਡੀਆ ਦੇ ਵਿੱਚ
ਇਸ ਟੌਪਿਕ ਦੇ ਉੱਤੇ ਇਹ ਅਥਾਰਟੀ ਹੈ ਆਪਣੇ ਆਪ ਦੇ ਵਿੱਚ, ਠੀਕ ਹੈ। ਸਾਡੀ ਸਾਰੀ ਤਫਤੀਸ਼, ਸਾਰਾ ਇਨਵੈਸਟੀਗੇਸ਼ਨ ਇਸ ਕਿਤਾਬ ਦੇ ਤਹਿਤ ਹੋਇਆ ਹੈ। ਇਸ ਦੇ ਵਿੱਚ ਜੋ ਕੁਝ ਵੀ ਪ੍ਰਾਵਧਾਨ ਨੇ, ਪ੍ਰੋਵੀਜ਼ਨਸ ਨੇ, ਸਾਰਿਆਂ ਨੂੰ ਫੋਲੋ ਕਰਦੇ ਹੋਏ ਅਸੀਂ ਸਾਰਾ ਕੀਤਾ। ਫਿਰ ਤੁਸੀਂ ਦੇਖੋਗੇ ਕਿ ਜੋ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਹੁੰਦੀ ਹੈ, ਜੋ ਸੈਸ਼ਨ ਅਦਾਲਤ ਹੁੰਦੀ ਹੈ, ਇਹ ਮੈਟਰ ਤਾਂ ਉੱਥੇ ਵੀ ਗਿਆ ਨਾ, ਉੱਥੇ ਵੀ ਗਿਆ ਕਿ ਇਕੱਲੇ ਦਾ ਸਿਗਨੇਚਰ ਹੈ। ਤੁਸੀਂ ਦੱਸ ਦਿਓ ਇਸ ਕਿਤਾਬ ਦੇ ਵਿੱਚ ਜੇਕਰ ਲਿਖਿਆ ਹੋਇਆ ਕਿ ਹਾਂ ਇੱਕ ਤੋਂ ਵੱਧ ਅਫਸਰਾਂ ਦਾ ਸਿਗਨੇਚਰ ਹੋਣਾ ਚਾਹੀਦਾ ਹੈ, ਜਾਂ ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਵੇ। ਇਸ ਤੋਂ ਇਲਾਵਾ ਵੀ ਦੇਖੋ ਜੋ ਡੇ ਟੂ ਡੇ ਇਨਵੈਸਟੀਗੇਸ਼ਨ ਹੁੰਦਾ ਹੈ ਉਹ ਅਸੀਂ ਪੰਜਾਬ ਪੁਲਿਸ ਰੂਲ ਦੇ ਤਹਿਤ ਕਰਦੇ ਹਾਂ। ਇੱਕ ਇੱਕ ਫਿਕਰਾ ਮੈਨੂੰ ਯਾਦ ਹੈ ਜੀ, ਜ਼ਬਾਨੀ ਕਲਮ ਯਾਦ ਹੈ, ਠੀਕ ਹੈ, ਜ਼ਬਾਨੀ ਕਲਮ ਯਾਦ ਹੈ। ਖਾਸ ਕਰਕੇ ਵੋਲੂਮ 3 ਜੋ ਹੈ, ਵੋਲੂਮ 3 ਜ਼ਬਾਨੀ ਕਲਮ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਇਹ ਪੰਜਾਬ ਪੁਲਿਸ ਰੂਲ ਹੋ ਗਿਆ, ਕ੍ਰਿਮੀਨਲ ਪ੍ਰੋਸੀਜਰ ਕੋਡ ਹੋ ਗਿਆ, ਭਾਰਤ ਦਾ ਸੰਵਿਧਾਨ ਹੋ ਗਿਆ। ਇਸ ਤੋਂ ਇਲਾਵਾ ਕੋਈ ਕਾਨੂੰਨ ਨਹੀਂ ਹੈ ਇੰਡੀਆ ਦੇ ਵਿੱਚ। ਮੰਨ ਲਓ FIR ਤਾਂ ਇੱਕ ਵਿਅਕਤੀ ਦੇ ਵੱਲੋਂ ਦਰਜ ਕਰਾਇਆ ਜਾਂਦਾ ਹੈ, ਲੇਕਿਨ ਤੁਸੀਂ ਦੇਖੋਗੇ ਇਹਦੇ ਵਿੱਚ ਕਈ ਵਿਅਕਤੀ ਨੇ, ਤੇ ਤਾਂ ਹੀ ਅਸੀਂ ਕਨਕਲੂਡ ਇਹ ਕੀਤਾ ਕਿ ਦੇਖੋ ਕਮਿਊਨਿਟੀ ਇਨ ਜਨਰਲ ਇਜ਼ ਦ ਐਗਰੀਵਡ ਪਾਰਟੀ ਇਨ ਦਿਸ ਕੇਸ। ਕੋਈ ਇੱਕ ਬੰਦਾ ਨਹੀਂ ਹੈ ਜਿਸ ਦੇ ਬਿਆਨ ਤੇ FIR ਦਰਜ ਹੋ ਗਿਆ। ਇਹ ਆਮ 307 ਦਾ ਕੇਸ ਨਹੀਂ ਹੈ, ਕਮਿਊਨਿਟੀ ਇਨ ਜਨਰਲ, ਠੀਕ ਹੈ ਨਾ। ਜੋ ਸਮਾਜ ਹੈ, ਸੋਸਾਇਟੀ ਹੈ, ਠੀਕ ਹੈ ਕਿ ਨਹੀਂ, ਜੋ ਲੋਕ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹ ਇਸ ਕੇਸ ਦੇ ਵਿੱਚ ਐਗਰੀਵਡ ਨੇ। 9 ਤਾਰੀਖ ਨੂੰ ਮੈਨੂੰ ਇਹ ਆਰਡਰ ਸੁਣਨ ਦਾ ਮਿਲਿਆ। ਮੈਂ ਫਟਾਫਟ ਵੈਬਸਾਈਟ ਚੈੱਕ ਕੀਤੀ ਕਿ ਦੇਖੋ ਜੀ ਆਰਡਰ ਤਾਂ ਪੜ੍ਹੀਏ ਕਿ ਕੀ ਆਰਡਰ ਆਇਆ ਹੈ, ਲੇਕਿਨ ਆਰਡਰ ਅੱਜ ਤੱਕ ਨਹੀਂ ਆਇਆ ਹੈ। 10 ਦਿਨ ਹੋ ਗਏ। ਕਿ ਜਿਹੜਾ ਕੰਟੈਂਟ ਸੀਗਾ, ਜਿਹੜੀ SIT ਦੀ ਫਾਈਂਡਿੰਗ ਸੀਗੀ, ਜੋ ਚਲਾਨ ਦੇ ਵਿੱਚ ਲਿਖਿਆ ਗਿਆ, ਇਹ ਕੇਸ ਉਸ ਤੇ ਨਹੀਂ ਟਿਕਿਆ। ਇਹ ਟੈਕਨੀਕੈਲਿਟੀਜ਼ ਤੇ ਟਿਕਾ ਕੇ ਸਾਰਾ ਜੋ ਹੈ ਡਿਸੀਜਨ ਇੱਥੇ ਆਇਆ। ਇਹ ਟੈਕਨੀਕੈਲਿਟੀਜ਼ ਦਾ ਨਤੀਜਾ ਹੈ। ਮੈਨੂੰ ਤਾਂ ਦੁੱਖ ਇਸੇ ਗੱਲ ਦਾ ਹੈ ਨਾ, ਸਭ ਤੋਂ ਜ਼ਿਆਦਾ ਅਫਸੋਸ ਇਸੇ ਚੀਜ਼ ਦਾ ਹੈ ਨਾ ਕਿ ਕੋਈ ਵੀ ਅਦਾਲਤ ਹੋਵੇ, ਅੰਦਰ ਕੀ ਚੀਜ਼ ਹੈ ਨਾ, ਅੰਦਰ ਤੁਸੀਂ ਦੇਖੋ, ਬਾਹਰ ਨਾ ਜਾਓ, ਠੀਕ ਹੈ ਕਿ ਨਹੀਂ। ਸਰਕਾਰ ਨੇ ਜ਼ਰੂਰ ਕਿਹਾ ਹੈ ਕਿ ਜਦੋਂ ਆਰਡਰ ਆ ਜਾਏਗਾ ਉਸ ਨੂੰ ਵੇਖ ਕੇ ਅਪੀਲ ਕੀਤਾ ਜਾਏਗਾ, ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਵੀ ਮਤਲਬ ਥੋੜਾ ਸਾ ਇਸ ਸੰਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਆਰਡਰ ਪਾਸ ਕਰ ਦਿਓ ਅੱਜ ਹੀ ਤੇ ਜਜਮੈਂਟ ਨਾ ਆਵੇ। ਜਜਮੈਂਟ ਤੋਂ ਪਹਿਲਾਂ ਜਿਹੜਾ ਆਰਡਰ ਹੈ ਮੈਨੂੰ ਠੀਕ ਨਹੀਂ ਲੱਗਿਆ। ਮੈਂ ਕਿਹਾ ਕਿ ਚਲੋ ਜੀ, ਮਤਲਬ ਮੈਂ ਬਹੁਤ ਟਾਈਮ ਨਹੀਂ। ਤੁਹਾਨੂੰ ਨਹੀਂ ਲੱਗਾ ਵੀ ਜਜਮੈਂਟ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ, ਅਸਤੀਫਾ ਦੇ ਦਿੱਤਾ ਤੁਸੀਂ, ਮਤਲਬ ਡੀਮੋਰਲਾਈਜ਼ ਹੋ ਗਏ ਕਹਿ ਸਕਦੇ ਅਸੀਂ? ਨਹੀਂ, ਡੀਮੋਰਲਾਈਜ਼ ਮੈਂ ਨਹੀਂ ਹੋਇਆ ਜੀ। ਮੈਂ ਇਸ ਚੀਜ਼ ਨੂੰ ਇਹ ਨਹੀਂ ਕਹਿ ਸਕਦਾ। ਮੇਰੇ ਅੰਦਰ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਇਹ ਪਰਮਾਤਮਾ ਨੇ ਮੈਨੂੰ ਇੱਕ ਆਵਾਜ਼ ਆਈ, ਮੇਰੇ ਅੰਦਰੋਂ ਆਵਾਜ਼ ਆਈ ਕਿ ਨਹੀਂ, ਤੁਹਾਡਾ ਇਸ ਮਹਕਮੇ ਦੇ ਵਿੱਚ ਹੁਣ ਕੋਈ ਸਥਾਨ ਨਹੀਂ ਰਹਿ ਗਿਆ, ਤੁਸੀਂ ਛੱਡ ਦਿਓ ਇਹ ਮਹਕਮਾ। ਮੈਨੂੰ ਚੰਗਾ ਨਹੀਂ ਲੱਗਦਾ ਮੀਡੀਆ ਦੇ ਵਿੱਚ ਜਾ ਕੇ ਗੱਲ ਕਰਨਾ। 26 ਜੁਲਾਈ 2019 ਨੂੰ ਐਡਵੋਕੇਟਸ ਦੀ ਸਟ੍ਰਾਈਕ ਹੋ ਗਈ। ਉਸ ਦਿਨ ਦਾ ਤੁਸੀਂ ਖਰਚਾ ਦੇਖ ਲਓ, ਖਰਚਾ ਇਸ ਕੇਸ ਦਾ ਖਰਚਾ ਤੁਸੀਂ ਦੇਖ ਲਓ। 26 ਜੁਲਾਈ 2019 ਤੁਸੀਂ ਪਤਾ ਕਰ ਲਓ, ਕਿਸੇ ਨੂੰ ਵੀ ਪੁੱਛ ਲਓ, ਠੀਕ ਹੈ, ਹੋਮ ਡਿਪਾਰਟਮੈਂਟ ਦੇ ਜਾ ਕਰ ਪੁੱਛ ਲਓ ਕਿ ਉਸ ਦਿਨ ਦਾ ਖਰਚਾ ਕਿੰਨਾ ਹੈ। ਤੇ ਪਤਾ ਇੱਕ ਦਿਨ ਪਹਿਲਾਂ ਲੱਗ ਗਿਆ ਕਿ ਕੱਲ੍ਹ ਸਟ੍ਰਾਈਕ ਹੈ, ਲੇਕਿਨ 55 ਲੱਖ ਤੋਂ ਜ਼ਿਆਦਾ ਉਸ ਦਿਨ ਦਾ ਖਰਚਾ ਹੈ ਜੀ ਪੰਜਾਬ ਸਰਕਾਰ ਦਾ। ਤੇ ਇਹ ਸਾਰਾ ਕੇਸ ਮੈਂ ਸਮਝਦਾ ਹਾਂ ਕਿ ਇੱਕ ਕੁਬੇਰ ਦਾ ਖਜ਼ਾਨਾ ਬਣ ਗਿਆ ਸੀ ਕੁਝ ਲੋਕਾਂ ਵਾਸਤੇ। ਤੇ ਕੋਈ ਮੈਰਿਟ ਤੇ ਬਹਿਸ ਨਹੀਂ ਕਰਦਾ ਸੀ, ਕੁਝ ਨਹੀਂ ਕਰਦਾ ਸੀ। ਮੈਂ ਸਰਾਸਰ ਇਲਜ਼ਾਮ ਲਗਾਉਂਗਾ ਜੋ ਸਾਡੀ ਲੀਗਲ ਟੀਮ ਹੈ, ਭਾਵੇਂ ਉਹ ਕਿੰਨੇ ਵੀ ਵੱਡੇ ਵਕੀਲ ਕਿਉਂ ਨਾ ਹੋਣ। CM ਨੂੰ ਤੁਸੀਂ ਮਿਲ ਕੇ ਆਏ, ਉਹਨਾਂ ਨੂੰ ਵੀ ਇਹ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਵਕੀਲਾਂ ਦਾ ਇਸ ਤਰ੍ਹਾਂ ਦਾ ਰਵੱਈਆ ਸੀ? ਦੇਖੋ, ਮਾਨਯੋਗ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਜਦੋਂ ਵੀ ਇਸ ਕੇਸ ਦੇ ਬਾਰੇ ਮਿਲਣ ਵਾਸਤੇ ਗਿਆ ਤਾਂ ਸਿਰਫ ਮੇਰਾ ਇੱਕੋ ਪੱਖ ਹੁੰਦਾ ਸੀ ਕਿ ਸਾਡਾ ਲੀਗਲ ਪੱਖ, ਜੋ ਲੀਗਲ ਟੀਮ ਹੈ, ਲੀਗਲ ਟੀਮ ਦਾ ਵਤੀਰਾ ਠੀਕ ਨਹੀਂ ਹੈ ਤੇ ਪੈਰਵਾਈ ਇਹਨਾਂ ਵੱਲੋਂ ਚੰਗੇ ਤਰੀਕੇ ਦੇ ਨਾਲ ਨਹੀਂ ਕੀਤੀ। ਉਹ ਕੀ ਕਹਿੰਦੇ ਸੀ? ਉਹ ਐਡਵੋਕੇਟ ਜਨਰਲ ਸਾਹਿਬ ਨੂੰ ਦੱਸਦੇ ਸੀ ਕਿ ਤੁਸੀਂ ਇਹ ਠੀਕ ਕਰੋ ਜੀ। ਤੁਸੀਂ ਹੁਣ ਹਾਲ ਫਿਲਹਾਲ ਦਾ ਵੀ ਦੇਖੋ, ਸਰਕਾਰ ਦਾ ਇੱਕ ਰਿਟਨ ਆਰਡਰ ਹੈ, ਸਰਕਾਰ ਦਾ ਇੱਕ ਰਿਟਨ ਆਰਡਰ ਹੈ, ਠੀਕ ਹੈ, ਕਿ ਐਡਵੋਕੇਟ ਜਨਰਲ ਆਪ ਪੇਸ਼ ਹੋਣਗੇ ਇਹਨਾਂ ਕੇਸਾਂ ਦੇ ਵਿੱਚ, ਕਿਉਂਕਿ ਇਹ ਪਬਲਿਕ ਇੰਪੋਰਟੈਂਸ ਦਾ ਕੇਸ ਹੈ, ਠੀਕ ਹੈ। ਤੁਸੀਂ ਦੇਖੋ ਜਦੋਂ ਕੇਸ ਦੀ ਸੁਣਵਾਈ ਆ ਰਹੀ ਹੈ ਤਾਂ ਐਡਵੋਕੇਟ ਜਨਰਲ ਸਾਹਿਬ ਛੁੱਟੀ ਤੇ ਚਲੇ ਜਾਂਦੇ ਨੇ। ਮੈਡੀਕਲ ਲੀਵ ਤੁਸੀਂ ਇਹ ਵੀ ਪਤਾ ਕਰ ਲਓ ਨਾ ਕਿ 4 ਸਾਲਾਂ ਦੇ ਵਿੱਚ ਉਹਨਾਂ ਦਾ ਕਿੰਨੇ ਮੈਡੀਕਲ ਲੀਵ ਤੇ ਕਿੰਨੀ ਵਾਰੀ ਗਏ ਨੇ। ਤੇ ਜਦੋਂ ਇਹਨਾਂ ਕੇਸਾਂ ਦੀ ਸੁਣਵਾਈ ਆ ਰਹੀ ਹੈ ਤਾਂ ਉਹਨਾਂ ਨੂੰ ਮੈਡੀਕਲ ਲੀਵ ਤੇ ਜਾਣਾ ਪੈ ਰਿਹਾ ਹੈ, ਠੀਕ ਹੈ।
ਤੇ ਵੈਬਸਾਈਟ ਡਾਊਨ ਹੋ ਜਾ ਰਹੀ ਹੈ, ਦਿੱਲੀੋਂ ਵਕੀਲ ਆ ਰਹੇ ਨੇ, ਸਿਰਫ ਫੈਸਲਾ ਮੈਨੂੰ ਸੁਣਾ ਦਿੱਤਾ ਜਾਂਦਾ ਹੈ ਤੇ ਫੈਸਲਾ ਜਜਮੈਂਟ ਨਹੀਂ ਹੈ, ਜਜਮੈਂਟ ਨਹੀਂ ਹੈ, ਇੱਕ ਲਾਈਨ ਦਾ ਫੈਸਲਾ, ਉਹ ਵੀ ਸਾਡੇ ਐਡਵੋਕੇਟਸ ਵੱਲੋਂ, ਉਹ ਵੀ ਦਿੱਲੀੋਂ ਆਏ ਹੋਏ ਐਡਵੋਕੇਟਸ, ਜੂਨੀਅਰ ਐਡਵੋਕੇਟ ਦਾ ਇੱਕ ਈਮੇਲ ਆਇਆ, ਬਾਅਦ ਦੇ ਵਿੱਚ ਮੈਂ ਚੈੱਕ ਕੀਤਾ, ਫੈਸਲਾ ਤਾਂ ਦੇਖੋ ਮੈਨੂੰ ਇੱਕ ਸੀਨੀਅਰ ਅਧਿਕਾਰੀ ਦੇ ਵੱਲੋਂ ਮਿਲਿਆ, ਲੇਕਿਨ ਬਾਅਦ ਦੇ ਵਿੱਚ ਇੱਕ ਈਮੇਲ ਆ ਗਿਆ, ਠੀਕ ਹੈ ਕਿ ਨਹੀਂ, ਇੱਕ ਪੈਰਾਗ੍ਰਾਫ ਦਾ, ਤੇ ਫੈਸਲਾ ਕੌਣ ਸੁਣਾ ਰਿਹਾ ਹੈ? ਸਾਡਾ ਆਪਣਾ ਐਡਵੋਕੇਟ, ਜਿਸ ਤਰ੍ਹਾਂ ਉਹਨੂੰ ਬਹੁਤ ਖੁਸ਼ੀ ਹੋਈ ਹੋਵੇ ਇਸ ਫੈਸਲੇ ਦੇ ਨਾਲ ਕਿ ਇਸ ਤਰ੍ਹਾਂ ਦਾ ਆਰਡਰ ਹੈ ਜੀ। ਅੱਜ ਕੱਲ੍ਹ ਚਰਚਾ ਬਹੁਤ ਹੋ ਰਹੀ ਹੈ ਸਿਆਸੀ ਧਿਰਾਂ ਦੇ ਵਿੱਚ ਕਿ ਅਤੁਲ ਨੰਦਾ ਦਾ ਅਸਤੀਫਾ ਲਿਆ ਜਾਣਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਹੋ, ਅਸਤੀਫਾ ਲੈਣਾ ਚਾਹੀਦਾ ਏਜੀ ਦਾ? ਦੇਖੋ, ਮੈਂ ਅੱਜ ਦੀ ਤਾਰੀਖ ਦੇ ਵਿੱਚ ਸਰਕਾਰੀ ਨੌਕਰੀ ਦੇ ਵਿੱਚ ਹਾਂ, ਮੈਂ ਇਹ ਨਹੀਂ ਕਰ ਸਕਦਾ ਹਾਂ ਕਿਉਂਕਿ ਮੇਰਾ ਅਹੁਦਾ ਐਡਵੋਕੇਟ ਜਨਰਲ ਤੋਂ ਕਾਫੀ ਨੀਚੇ ਦਾ ਹੈ। ਮੈਂ ਤਾਂ ਇਹੀ ਕਹਾਂਗਾ ਕਿ ਸਰਕਾਰ ਦੇ ਮਤਲਬ ਲਿਖਤੀ ਤੌਰ ਤੇ ਆਰਡਰ ਹੋਣ ਦੇ ਬਾਵਜੂਦ ਵੀ ਨਹੀਂ ਗਏ। ਮੈਂ ਆਪਣੇ ਵੱਲੋਂ ਵੀ ਕਈ ਵਾਰੀ ਚਿੱਠੀ ਲਿਖੀ ਐਡਵੋਕੇਟ ਜਨਰਲ ਦੇ ਵਿੱਚ, ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਹੋਣ, ਲੇਕਿਨ ਉਹ ਪੇਸ਼ ਨਹੀਂ ਹੋਏ। ਚਿੱਠੀ ਜਦੋਂ ਸਰਕਾਰ ਨੇ ਵੀ ਲਿਖੀ, ਮੇਰੀ ਚਿੱਠੀ ਛੱਡ ਦਿਓ, ਮੈਂ ਤਾਂ ਛੋਟਾ ਅਫਸਰ ਹਾਂ, ਸਰਕਾਰ ਵੱਲੋਂ ਵੀ, ਹੋਮ ਡਿਪਾਰਟਮੈਂਟ ਵੱਲੋਂ ਵੀ ਗਿਆ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਐਡਵੋਕੇਟ ਜਨਰਲ ਸਾਹਿਬ ਨੂੰ ਆਪ ਪੇਸ਼ ਹੋਣਾ ਚਾਹੀਦਾ ਹੈ, ਲੇਕਿਨ ਐਡਵੋਕੇਟ ਜਨਰਲ ਸਾਹਿਬ ਨਹੀਂ ਪੇਸ਼ ਹੋਏ। ਠੀਕ ਹੈ, ਅਬ ਕੀ ਮਜਬੂਰੀ ਸੀਗੀ, ਅੰਦਰ ਦੀ ਕੀ ਗੱਲ ਹੈ, ਮੈਨੂੰ ਕੁਝ ਵੀ ਨਹੀਂ ਪਤਾ ਹੈ। ਇੱਕ ਹੋਰ ਵਕੀਲ ਨੇ, ਉਹਨਾਂ ਨੇ ਚਿੱਠੀ ਵੀ ਲਿਖੀ ਹੈ, HS ਫੂਲਕਾ, ਤਜਰਬੇਕਾਰ ਵਕੀਲ ਨੇ, ਉਹਨਾਂ ਨੇ ਦੋ ਚੀਜ਼ਾਂ ਦੀ ਗੱਲ ਕੀਤੀ ਹੈ। ਉਸ ਚਿੱਠੀ ਨੂੰ ਕਾਫੀ ਹੱਦ ਤੱਕ ਤੁਹਾਡੇ ਫੇਵਰ 'ਚ ਵੀ ਹੈ, ਪਰ ਉਹ ਇਹ ਕਹਿ ਰਹੇ ਨੇ ਕਿ SIT ਦੇ ਬਾਕੀ ਮੈਂਬਰਾਂ ਦੀ ਵੀ ਜਾਂਚ ਹੋਣੀ ਚਾਹੀਦੀ। ਉਹਨਾਂ ਨੇ ਕੀ ਇਨਕੁਆਇਰੀ ਕੀਤੀ? ਇਹਨਾਂ ਕੇਸਾਂ ਦੇ ਵਿੱਚ ਕੋਈ ਵੀ ਮਤਲਬ ਐਸਾ ਬੂਹਾ ਨਹੀਂ ਹੈ ਜੋ ਮੈਂ ਨਹੀਂ ਖੜਕਾਇਆ ਹੋਇਆ। ਉਹਦੇ ਵਿੱਚ ਮਾਨਯੋਗ ਫੁਲਕਾ ਸਾਹਿਬ ਵੀ ਸੀਗੇ, ਮਾਨਯੋਗ ਫੁਲਕਾ ਸਾਹਿਬ ਵੀ ਸੀਗੇ, ਤੇ ਮੈਨੂੰ ਆਸ ਬੰਦੀ ਸੀ। ਕਿਉਂਕਿ ਮੈਨੂੰ ਚੋਣ ਕਮਿਸ਼ਨ ਵੱਲੋਂ ਮਤਲਬ ਹਟਾਇਆ ਗਿਆ ਸੀ, ਤਫਤੀਸ਼ ਤੋਂ ਤਾਂ ਨਹੀਂ ਹਟਾਇਆ ਗਿਆ ਸੀ, ਮਤਲਬ ਮੇਰੀ ਬਦਲੀ ਹੋਈ ਸੀ, ਕਾਫੀ ਰੋਲਾ ਰੱਪਾ ਹੋਇਆ ਸੀ। ਇਹ ਗਏ ਸੀਗੇ ਇੱਕ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਦਿੱਲੀ ਗਏ ਸੀਗੇ, ਤਾਂ ਮੈਨੂੰ ਇੱਕ ਹੋਪ ਸੀਗੀ ਇਹ ਸੁਪਰੀਮ ਕੋਰਟ ਦੇ ਐਡਵੋਕੇਟ ਨੇ, ਸਾਡੇ ਵਾਸਤੇ ਵੀ ਤਾਂ ਸੁਪਰੀਮ ਕੋਰਟ ਦੇ ਹੀ ਐਡਵੋਕੇਟ ਆਉਂਦੇ ਸੀਗੇ। ਇੱਕ ਅਖਬਾਰ ਦੇ ਵਿੱਚ ਕਿਸੇ ਨੇ ਖਬਰ ਦਿਖਾਈ ਜਿਹਦੇ ਵਿੱਚ ਮਾਨਯੋਗ ਫੁਲਕਾ ਸਾਹਿਬ ਨੇ ਕਿਹਾ ਸੀ ਕਿ ਮੈਂ ਇਹਨਾਂ ਕੇਸਾਂ ਦੀ ਫ੍ਰੀ ਦੇ ਵਿੱਚ, ਮੁਫਤ ਦੇ ਵਿੱਚ ਪੈਰਵਾਈ ਕਰਾਂਗਾ। ਠੀਕ ਹੈ, ਮੈਂ ਇੱਕ ਦਿਨ ਮੈਂ ਇਹ ਸਮਝਿਆ ਕਿ ਨਹੀਂ, ਫੁਲਕਾ ਸਾਹਿਬ ਦੇ ਇੰਟਰਵੈਂਸ਼ਨ ਦੀ ਬਹੁਤ ਲੋੜ ਹੈ, ਕਿਉਂਕਿ ਮੈਂ ਵੇਖਦਾ ਸੀ ਕਿ ਸਰਕਾਰੀ ਪੱਖ ਦੇ ਵਕੀਲ ਜਿਹੜੇ ਆਉਂਦੇ ਨੇ ਕੁਛ ਨਾ ਕੁਛ ਕਮੀ ਜ਼ਰੂਰ ਹੈ। ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਚਲਾਨ ਦੀ ਕਾਪੀ ਭੇਜ ਦਿੱਤੀ, ਬਾਕੀ ਸਾਰੇ ਡਾਕੂਮੈਂਟ ਸੀ। ਫੁਲਕਾ ਸਾਹਿਬ ਉਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ ਸਾਰਾ ਰਿਕਾਰਡ ਮੈਂ ਮੁਹੱਈਆ ਕਰਾ ਦਿੱਤਾ। ਇੱਕ ਹੋਪ, ਇੱਕ ਆਸ ਬੰਦੀ ਸੀ ਮੈਨੂੰ, ਕਿਉਂਕਿ ਇਹਨਾਂ ਦਾ ਅਖਬਾਰ ਦੇ ਵਿੱਚ ਸਟੇਟਮੈਂਟ ਆਇਆ ਸੀ। ਇਹਨਾਂ ਦਾ ਇੱਕੋ ਜਵਾਬ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਥੱਲੇ ਮੈਂ ਪ੍ਰੈਕਟਿਸ ਨਹੀਂ ਕਰਦਾ। ਮੈਂ ਕਿਹਾ ਕਿ ਸਰ, ਇਹ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਫਰੀਦਕੋਟ ਦਾ ਮਸਲਾ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਫਾਇਰਿੰਗ ਦਾ ਮਸਲਾ ਹੈ। ਇਹ ਕਿਸੇ ਵੀ ਇੱਕ ਕੋਰਟਾਂ ਦਾ ਕੋਈ ਦਰਜਾ ਨਹੀਂ ਹੁੰਦਾ ਹੈ। ਠੀਕ ਹੈ, ਉਹ ਤਾਂ ਦਰਜਾ ਬਦਰਜਾ ਤਾਂ ਹੈ ਹੀ ਸਾਰਾ ਕੁਝ, ਲੇਕਿਨ ਜਿੱਥੇ ਇਨਸਾਫ ਹੁੰਦਾ ਹੈ ਨਾ, ਇਨਸਾਫ ਦੇ ਮੰਦਰ ਦਾ ਕੋਈ ਵੀ ਦਰਜਾ ਨਹੀਂ ਹੁੰਦਾ। ਮੈਂ ਕਿਹਾ ਕਿ ਸਰ, ਮੈਂ ਉਮੀਦ ਕਰਾਂਗਾ ਕਿ ਤੁਸੀਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਵੀ ਆ ਕੇ ਤੁਸੀਂ ਇਹਨਾਂ ਕੇਸਾਂ ਦੀ ਪੈਰਵਾਈ ਕਰੋ, ਇਹ ਤੁਹਾਡਾ ਫਰਜ਼ ਬਣਦਾ ਹੈ। ਦਿੱਲੀ ਦੇ ਵਿੱਚ ਕੀ ਕਰੋਗੇ ਰਹਿ ਕੇ? ਦਿੱਲੀ ਦੇ ਵਿੱਚ ਤੁਸੀਂ ਆਪਣਾ ਦੂਸਰਾ ਕੰਮ ਕਰੋ, ਲੇਕਿਨ ਤੁਸੀਂ ਫਰੀਦਕੋਟ ਵੀ ਆਓ। ਤੇ ਇੱਕ ਵਾਰ ਜੇਕਰ ਤੁਸੀਂ ਹਾਈ ਕੋਰਟ ਦੇ ਵਿੱਚ ਖੜੇ ਹੋ ਕੇ ਤੁਸੀਂ ਕਹਿ ਦਿੱਤਾ ਕਿ ਮਾਈ ਲਾਰਡ, ਮੈਂ ਚਾਹੁੰਦਾ ਹਾਂ ਕਿ ਜੋ ਕੰਟੈਂਟਸ ਨੇ ਇਹਨਾਂ ਕੇਸਾਂ ਦੇ ਉਹਦੇ ਉੱਤੇ ਬਹਿਸ ਕਰ ਲਓ, ਜਾਂ ਇਹ ਸਿਵਲ ਲਿਟੀਗੇਸ਼ਨ ਨੂੰ ਤੁਸੀਂ ਡਿਸਪੋਜ਼ ਆਫ ਕਰ ਦਿਓ। ਜੋ ਮਾਨਯੋਗ ਜ਼ਿਲ੍ਹਾ ਅਦਾਲਤ ਹੈ, ਸੈਸ਼ਨ ਅਦਾਲਤ ਹੈ ਫਰੀਦਕੋਟ ਦੀ, ਉੱਥੇ ਸੁਣਵਾਈ ਸ਼ੁਰੂ ਹੋ ਗਈ ਹੈ, ਤੁਸੀਂ ਟਰਾਇਲ ਤਾਂ ਹੋ ਲੈਣ ਦਿਓ, ਉਸ ਤੋਂ ਬਾਅਦ ਕੇਸ ਤਾਂ ਆਉਣਾ ਹੀ ਆਉਣਾ ਹੈ, ਉਸ ਤੋਂ ਬਾਅਦ ਕੇਸ ਆਉਣਾ ਹੀ ਆਉਣਾ ਹੈ। ਤੇ ਮੈਨੂੰ ਹੋਪ ਬਹੁਤ ਸੀਗਾ, ਲੇਕਿਨ ਉਹਨਾਂ ਨੇ ਕਿਸੇ ਐਸੇ ਐਡਵੋਕੇਟ ਦੀ ਡਿਊਟੀ ਲਗਾਈ, ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਸਾਡੇ ਖਿਲਾਫ ਹੀ ਉਹਨਾਂ ਨੇ ਕੰਮ ਕੀਤਾ। HS ਫੂਲਕਾ ਨੇ ਜਿਹੜੇ ਐਡਵੋਕੇਟ ਦੀ ਡਿਊਟੀ ਲਗਾਈ, ਉਹਨੇ ਤੁਹਾਡੇ ਖਿਲਾਫ ਕੰਮ ਕੀਤਾ? ਉਹਨਾਂ ਦਾ ਇੱਕ ਰੁਤਬਾ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਥੱਲੇ ਨਹੀਂ ਜਾ ਸਕਦਾ। ਮੈਂ ਕਿਹਾ ਕਿ ਸਰ, ਤੁਹਾਡਾ ਰੁਤਬਾ ਜ਼ਰੂਰ ਹੈ, ਲੇਕਿਨ ਇਹ ਗੁਰੂ ਗ੍ਰੰਥ ਸਾਹਿਬ ਤੋਂ ਰਿਲੇਟਡ ਕੇਸ ਹੈ, ਗੁਰੂ ਗ੍ਰੰਥ ਸਾਹਿਬ ਤੋਂ ਰਿਲੇਟਡ ਕੇਸ ਹੈ। ਤੁਸੀਂ ਆਪ ਆਓ, ਇੱਕ ਵਾਰ ਤੁਸੀਂ ਬਸ ਅਪੀਅਰ ਹੋ ਜਾਓ, ਤੁਹਾਡੇ ਇੱਕ ਵਾਰ ਅਪੀਅਰ ਹੋਣ ਦੇ ਨਾਲ ਇਹ ਸਾਰੇ ਰੀਟ ਖਤਮ ਹੋ ਜਾਣਗੇ। ਤੁਹਾਡਾ ਇੱਕ ਰੁਤਬਾ ਹੈ, ਤੁਹਾਡੀ ਸੁਣਵਾਈ ਹੋਗੀ, ਤੁਸੀਂ ਜੋ ਬੋਲੋਗੇ ਨਾ ਤੁਹਾਡੀ ਸੁਣਵਾਈ ਹੋਣੀ ਹੈ। ਤੇ ਲੇਕਿਨ ਉਹ ਨਹੀਂ ਆਏ, ਉਹਨਾਂ ਨੇ ਕਿਸੇ ਐਡਵੋਕੇਟ ਦੀ ਡਿਊਟੀ ਲਗਾ ਦਿੱਤੀ ਤੇ ਉਹ ਪਤਾ ਨਹੀਂ ਕੀ ਕਰਦੇ ਰਹੇ। ਉਹਨਾਂ ਨੇ ਤਾਂ ਨਾ ਕੋਈ ਬਹਿਸ ਕੀਤੀ। ਬਾਅਦ ਦੇ ਵਿੱਚ ਮੈਂ ਵੇਖਿਆ ਕਿ ਉਹ ਦੋਸ਼ੀਆਂ ਦਾ ਪੱਖ ਹੀ ਮੀਡੀਆ ਦੇ ਵਿੱਚ ਉਹ ਲੈ ਰਹੇ ਸੀਗੇ, ਤੇ ਮੈਨੂੰ ਬਹੁਤ ਨਿਰਾਸ਼ਾ ਸ਼ੁਰੂਆਤ ਤੋਂ ਹੀ ਹੈ। ਤੇ ਮੈਂ ਫੋਨ ਕਰਕੇ ਮਾਨਯੋਗ ਫੁਲਕਾ ਸਾਹਿਬ ਨੂੰ, ਜਦੋਂ ਮੈਂ ਵੇਖਿਆ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਉਣ ਲੱਗ ਪਏ, ਮੈਂ ਕਿਹਾ ਕਿ ਫੁਲਕਾ ਸਾਹਿਬ, ਮੇਰੇ ਰਿਜਿਗਨੇਸ਼ਨ ਦੇ ਸਭ ਤੋਂ ਨੰਬਰ 1 ਜ਼ਿੰਮੇਵਾਰ ਤੁਸੀਂ ਹੋ। ਕਿਉਂਕਿ ਮੈਂ ਇਹ ਵੀ ਕਿਹਾ ਸੀ ਕਿ ਮਾਨਯੋਗ ਫੁਲਕਾ ਸਾਹਿਬ,
ਜੇਕਰ ਤੁਸੀਂ ਪੈਰਵਾਈ ਨਹੀਂ ਕਰਦੇ, ਤੁਸੀਂ ਆਖਰੀ ਹੋਪ ਹੋ ਮੇਰੇ ਵਾਸਤੇ ਕਿ ਜੇਕਰ ਤੁਸੀਂ ਨਹੀਂ ਕਰੋਗੇ ਤਾਂ ਮੈਨੂੰ ਨੌਕਰੀ ਛੱਡਣੀ ਪਵੇਗੀ ਤੇ ਮੈਂ ਬਤੌਰ ਐਡਵੋਕੇਟ ਇਹਨਾਂ ਕੇਸਾਂ ਦੀ ਪੈਰਵਾਈ ਕਰਨ ਵਾਸਤੇ मैं आऊँगा तो केस में ज़रूर स्टैंड कराऊँगा, लेकिन एक एडवोकेट के तौर पे। लेकिन आईपीएस दोबारा नहीं मिल सकता है। एक एमपी नू, एमएलए नू, मंत्री नू वो दोबारा वो अहदा मिल सकता है, लेकिन एक आईपीएस ने जदों नौकरी छड़ दी तो उस नौकरी दे विच दोबारा जा नहीं सकता है। ये गल मैं उन्होंने उदों ही कहा सी कि मैं जरूर एक एडवोकेट के रूप में आऊँगा। ਕੀ ਜਵਾਬ ਦਿੱਤਾ ਐਚਐਸ ਫੂਲਕਾ ਨੇ? ਉਹਨਾਂ ਨੇ ਕਿਹਾ ਕਿ ਨਹੀਂ ਜੀ ਮੈਂ ਫਲਾਣੇ ਡਿਟੂ ਨੂੰ ਇੱਕ ਵੱਡੇ ਐਡਵੋਕੇਟ ਦਾ ਉਹਨਾਂ ਨੇ ਨਾਂ ਲਿਆ। ਮੇਰਾ ਸੈਟੀਸਫੈਕਸ਼ਨ ਨਹੀਂ ਸੀ, ਲੇਕਿਨ ਫੁਲਕਾ ਮੈਨੂੰ ਇਹ ਲੱਗਿਆ ਕਿ ਫੁਲਕਾ ਸਾਹਿਬ ਜੇਕਰ ਕਹਿ ਰਹੇ ਨੇ ਤੇ ਇਹ ਤਾਂ ਇੱਕ ਬਹੁਤ ਹਸਤੀ ਨੇ ਲੀਗਲ ਫੀਲਡ ਦੇ ਵਿੱਚ ਆਪਣੇ ਆਪ ਦੇ ਵਿੱਚ, ਤਾਂ ਮੈਂ ਕੋਈ ਦੋਸ਼ ਨਹੀਂ ਮੈਂ ਲਗਾ ਰਿਹਾ। ਮੈਂ ਉਹਨਾਂ ਨੂੰ ਜਦੋਂ ਉਹਨਾਂ ਦਾ ਬਿਆਨ ਆਇਆ ਤਾਂ ਮੈਂ ਉਹਨਾਂ ਨੂੰ ਫੋਨ ਕਰਕੇ ਜ਼ਰੂਰ ਕਹਿ ਦਿੱਤਾ ਕਿ ਸਰ ਤੁਸੀਂ ਕਾਈਂਡਲੀ ਇਸ ਮੈਟਰ ਦੇ ਵਿੱਚ ਤੁਸੀਂ ਬਿਆਨ ਦੋਗੇ ਤਾਂ ਮੈਨੂੰ ਕਾਫੀ ਦੁੱਖ ਹੋਗਾ, ਕਿਉਂਕਿ ਮੈਂ ਰਿਜ਼ਾਈਨ ਕਰ ਦਿੱਤਾ 1.5 ਸਾਲ ਪਹਿਲਾਂ। ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਮੈਨੂੰ ਰਿਜ਼ਾਈਨ ਕਰਨਾ ਪੈ ਸਕਦਾ ਹੈ, ਠੀਕ ਹੈ ਕਿ ਨਹੀਂ। ਤੇ ਹੁਣ ਜਿਹੜੀਆਂ ਚਿੱਠੀਆਂ ਲਿਖ ਰਹੇ ਨੇ ਫੂਲਕਾ ਸਾਹਿਬ, ਇਹ ਤੁਹਾਨੂੰ ਲੱਗਦਾ ਕਿ ਬੇਮਾਇਨੇ, ਇਹ ਸਿਰਫ ਸੁਣਾਉਣ ਦੀ ਗੱਲ ਹੈ? ਅਬ ਉਹਨਾਂ ਦਾ ਇੱਕ ਈਗੋ ਹੈ ਕਿ ਮੈਂ ਤਾਂ ਜੀ ਸੁਪਰੀਮ ਕੋਰਟ ਤੋਂ ਥੱਲੇ ਨਹੀਂ ਜਾ ਸਕਦਾ। ਅੱਜ ਮੈਂ ਮੀਡੀਆ ਦੇ ਵਿੱਚ ਇਹ ਗੱਲ ਕਰ ਰਿਹਾ ਹਾਂ, ਉਹਨਾਂ ਦੇ ਨਾਲ ਮੈਂ ਹਮੇਸ਼ਾ ਇਨ ਟੱਚ ਰਿਹਾ ਹਾਂ, ਤੇ ਇਸ ਕਰਕੇ ਫੋਨ ਮੈਂ ਕੀਤਾ। ਹੁਣ ਵੀ ਉਹਨਾਂ ਨੂੰ ਮੈਂ ਸਾਰਾ ਕੁਝ ਜੋ ਡਾਕੂਮੈਂਟਸ ਮੇਰੇ ਕੋਲ ਜੋ ਮੈਂ ਤਿਆਰ ਕਰਦਾ ਹਾਂ, ਜੋ ਆਪਣੇ ਵਕੀਲਾਂ ਨੂੰ ਦਿੰਦਾ ਹਾਂ ਸਰਕਾਰੀ, ਇੱਕ ਕਾਪੀ ਫੁਲਕਾ ਸਾਹਿਬ ਨੂੰ ਵੀ ਮੈਂ ਜ਼ਰੂਰ ਭੇਜਦਾ ਹਾਂ ਹੁਣ ਵੀ। ਤੇ ਲੇਕਿਨ ਉਹਨਾਂ ਨੂੰ ਮੈਂ ਮਨਾ ਕਰ ਦਿੱਤਾ ਕਿ ਸਰ ਤੁਸੀਂ ਜੇਕਰ ਇਸ ਕੇਸ ਦੇ ਬਾਰੇ ਹੁਣ ਇਸ ਸਟੇਜ ਦੇ ਉੱਤੇ ਕੁਝ ਤੁਸੀਂ ਬੋਲ ਰਹੇ ਹੋ ਜਾਂ ਚਿੱਠੀ ਲਿਖ ਰਹੇ ਹੋ ਤਾਂ ਮੈਨੂੰ ਕਾਫੀ ਦੁੱਖ ਪਹੁੰਚ ਰਿਹਾ ਹੈ, ਇਸ ਕਰਕੇ ਤੁਸੀਂ ਕਾਈਂਡਲੀ ਸਾਇਲੈਂਟ ਹੋ ਜਾਓ। ਇਹ ਕਹਿ ਦਿੱਤਾ ਤੁਸੀਂ? ਹਾਂ, ਮੈਂ ਕਹਿ ਦਿੱਤਾ ਉਹਨਾਂ ਨੂੰ, ਫੋਨ ਕਰਕੇ ਕਹਿ ਦਿੱਤਾ ਕਿ ਮੈਂ ਦੇਖੋ ਕਿਉਂਕਿ ਇਸ ਕੇਸ ਦਾ ਮਤਲਬ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਇਆ ਹੈ, ਜਿਸ ਤਰੀਕੇ ਦੇ ਨਾਲ ਮੰਨ ਲਓ 2 ਅਦਾਲਤਾਂ ਵੱਲੋਂ, ਫਰੀਦਕੋਟ ਦੇ ਵਿੱਚ ਸੈਸ਼ਨ ਅਦਾਲਤ, ਇਲਾਕਾ ਮੈਜਿਸਟ੍ਰੇਟ ਸਾਹਿਬ ਦੀ ਅਦਾਲਤ, ਸਾਡਾ ਕੇਸ ਸਟੈਂਡ ਤਾਂ ਹੋਇਆ ਹੈ ਨਾ, ਤੇ ਹਾਈ ਕੋਰਟ ਦੇ ਵਿੱਚ ਜਾ ਕੇ ਕੇਸ ਪਿਟ ਗਿਆ। ਕਿਉਂ ਪਿਟ ਗਿਆ? ਤੇ ਮੈਰਿਟ ਤੇ ਕੋਈ ਕਿਸੇ ਨੇ ਬਹਿਸ ਹੀ ਨਹੀਂ ਕੀਤੀ, ਮੈਰਿਟ ਦੇ ਉੱਤੇ ਕਿਸੇ ਨੇ ਬਹਿਸ ਨਹੀਂ ਕੀਤੀ ਤੇ ਕੇਸ ਪਿਟ ਗਿਆ, ਕੰਮ ਖਤਮ। ਤੇ ਮਤਲਬ ਮੈਨੂੰ ਕਾਫੀ ਦੁੱਖ ਵਾਲੀ ਗੱਲ ਹੈ, ਕਿਉਂਕਿ ਜਿਸ ਵਿਅਕਤੀ ਨੂੰ ਮੈਂ ਇੰਨਾ ਸਿੰਸੀਅਰ ਸਮਝਦਾ ਸੀ, ਜ਼ਿੰਮੇਵਾਰ ਸਮਝਦਾ ਸੀ, ਉਹ ਆਪਣੇ ਈਗੋ ਦੇ ਵਿੱਚ ਆ ਕੇ ਨਹੀਂ ਪੇਸ਼ ਹੋਏ ਹਾਈ ਕੋਰਟ ਦੇ ਵਿੱਚ, ਕਿ ਮੈਂ ਹਾਈ ਕੋਰਟ ਦੇ ਵਿੱਚ ਨਹੀਂ ਪੇਸ਼ ਹੋ ਸਕਦਾ ਹਾਂ, ਅੱਜ ਤੱਕ ਨਹੀਂ ਪੇਸ਼ ਹੋਇਆ। ਤੇ ਇਸ ਕਰਕੇ ਮੈਂ ਕਿਹਾ ਕਿ ਸਰ ਤੁਸੀਂ ਨਾ ਬੋਲੋ, ਸਾਇਲੈਂਟ ਰਹਿ ਜਾਓ, ਮੈਂ ਵੀ ਸਾਇਲੈਂਟ ਰਹਾਂਗਾ। ਲੇਕਿਨ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਮੈਂ ਹੋਰ ਵਿਸਤਾਰ ਦੇ ਨਾਲ ਇਹ ਸਾਰਾ ਕੁਝ ਦੱਸਾਂਗਾ, ਬਾਅਦ ਦੇ ਵਿੱਚ ਦੱਸਾਂਗਾ, ਠੀਕ ਹੈ। ਐਚਐਸ ਫੂਲਕਾ ਨੂੰ ਲੈ ਕੇ ਹੋਰ ਵੀ ਹੈ ਦੱਸਣ ਨੂੰ ਤੁਹਾਡੇ ਕੋਲ ਕੁਝ? ਮੇਰੇ ਕੋਲ ਬਹੁਤ ਹੈ, ਜੇਕਰ ਨਹੀਂ ਚੁੱਪ ਹੋਣਗੇ ਤਾਂ ਮੈਂ ਹੋਰ ਦੱਸਾਂਗਾ। ਮੈਂ ਅੱਜ ਫਿਰ ਉਹਨਾਂ ਨੂੰ ਫੋਨ ਕਰਕੇ ਬੇਨਤੀ ਕਰਾਂਗਾ ਕਿ ਤੁਸੀਂ ਬੰਦ ਕਰ ਦਿਓ, ਨਾ ਬੋਲੋ, ਠੀਕ ਹੈ ਨਾ। ਕੋਈ ਐਸਾ ਬੂਹਾ ਮੈਂ ਨਹੀਂ ਛੱਡਿਆ, ਹਰ ਬੂਹਾ ਉਹ ਖੜਕਾਇਆ ਜਾ ਕੇ। ਆਪਣਾ ਮੇਰਾ ਕੋਈ ਈਗੋ ਨਹੀਂ ਹੈ ਜੀ, ਮੇਰਾ ਕੋਈ ਈਗੋ ਨਹੀਂ ਹੁੰਦਾ। ਜਸਟਿਸ ਰਣਜੀਤ ਸਿੰਘ ਨੇ ਵੀ ਇਸ ਤੁਹਾਡੀ ਰਿਪੋਰਟ ਦੇ ਉੱਤੇ, ਤੁਹਾਡੇ ਚਲਾਉਣ ਦੇ ਉੱਤੇ ਇੱਕ ਬਿਆਨ ਦਿੱਤਾ। ਉਹ ਕਹਿੰਦੇ ਨੇ ਕਿ ਆਮ ਤੌਰ 'ਤੇ ਹਾਈ ਕੋਰਟ ਇਸ ਤਰ੍ਹਾਂ ਦੇ ਜਦੋਂ ਚਲਾਨ ਫਾਈਲ ਹੋ ਗਿਆ ਇੰਟਰਵੀਨ ਕਰ ਹੀ ਨਹੀਂ ਸਕਦੀ। ਦੇਖੋ ਉਹ ਵੀ ਤਾਂ ਜੱਜ ਰਹੇ ਨੇ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਰਹੇ ਨੇ, ਉਹਨਾਂ ਨੂੰ ਵੀ ਤਾਂ ਨੌਲੇਜ ਹੈ। ਤੇ ਦੇਖੋ ਮੈਂ ਉਹਨਾਂ ਦੇ ਨਾਲ ਵੀ ਇਨ ਟੱਚ ਰਿਹਾ ਹਾਂ ਜਦੋਂ ਮੈਂ ਇਨਵੈਸਟੀਗੇਸ਼ਨ ਕਰਦਾ ਸੀ, ਕਿਉਂਕਿ ਇਹ ਤਾਂ ਬੇਸ ਹੀ ਵਹੀ ਸੀਗਾ। ਭਾਵੇਂ ਉਹਨਾਂ ਦੀ ਰਿਪੋਰਟ ਨੂੰ ਲੈ ਕੇ ਕਿੰਤੂ ਪਰੰਤੂ ਕਾਫੀ ਹੋਇਆ। ਜ਼ਾਹਿਰ ਹੈ ਜੋ ਦੋਸ਼ੀ ਹੈ ਤੇ ਤਾਕਤਵਰ ਹੈ ਤਾਂ ਆਪਣੀ ਤਾਕਤ ਤਾਂ ਲਗਾਏਗਾ ਹੀ, ਤੇ ਉਹ ਬੇਸ ਇੱਕ ਬੇਸ ਸੀਗਾ, ਇੱਕ ਆਧਾਰ ਸੀਗਾ ਉਹ ਰਿਪੋਰਟ, ਜਿਸ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੋਈ। ਉਹਨਾਂ ਦਾ ਜੋ ਇਨਵੈਸਟੀਗੇਸ਼ਨ ਸੀਗਾ ਇੱਕ ਫੈਕਟ ਫਾਈਂਡਿੰਗ ਰਿਪੋਰਟ ਸੀਗਾ। ਸਾਡਾ ਜਿਹੜਾ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਐਵੀਡੈਂਸ ਦੇਣਾ ਪੈਂਦਾ ਹੈ, ਐਵੀਡੈਂਸ ਉਹਦੇ ਵਿੱਚ, ਕਿਉਂਕਿ ਅਦਾਲਤ ਦੇ ਵਿੱਚ ਸਬੂਤ ਦੇ ਆਧਾਰ 'ਤੇ ਹੀ ਕਾਰਵਾਈ ਹੁੰਦੀ ਹੈ ਨਾ। ਅਸੀਂ ਗਵਾਹ ਲੈ ਕੇ ਜਾਵਾਂਗੇ, ਅਸੀਂ ਡਾਕੂਮੈਂਟਸ ਲੈ ਕੇ ਦਿਖਾਵਾਂਗੇ ਕਿ ਸਾਡੇ ਕੋਲ ਇਹ ਸਬੂਤ ਹੈ ਜੀ, ਤਾਂ ਜਾ ਕੇ ਮਤਲਬ ਇਹ ਹੋਣਾ ਹੈ। ਤਾਂ ਉਹ ਜੋ ਕੁਝ ਵੀ ਕਹਿ ਰਹੇ ਨੇ ਉਹ ਬਿਲਕੁਲ ਸਹੀ ਕਰ ਰਹੇ ਨੇ। ਤਾਂ ਮੈਂ ਤਾਂ ਅੱਜ ਵੀ ਇਹ ਦਾਅਵਾ ਕਰਦਾ ਹਾਂ ਕਿ ਜੇਕਰ ਸਾਡਾ ਪੱਖ 2 ਗਰਾਊਂਡ ਹੈ ਜੀ। ਇੱਕ ਗਰਾਊਂਡ ਹੈ ਕਿ ਇਹ ਕਿਹਾ ਜਾਵੇ ਕਿ ਦੇਖੋ ਸਿਵਲ ਲਿਟੀਗੇਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਨਹੀਂ ਹੁੰਦੇ ਨੇ। ਦੂਸਰਾ ਇਹ ਵੀ ਕਿ 9 ਤਾਰੀਖ ਨੂੰ ਆਰਡਰ ਆ ਗਿਆ, ਜਜਮੈਂਟ ਹਲੇ ਤੱਕ ਆਇਆ ਨਹੀਂ। ਇਹ ਵੀ ਇੱਕ ਗਰਾਊਂਡ ਹੈ ਜਿਸ ਦੇ ਆਧਾਰ 'ਤੇ ਜੋ ਆਰਡਰ ਹੋਇਆ ਹੈ ਉਹ ਕੁਐਸ਼ ਹੋ ਸਕਦਾ ਹੈ ਸੁਪੀਰੀਅਰ ਕੋਰਟਸ ਦੇ ਵੱਲੋਂ। ਤੇ ਇਹ ਤਾਂ ਦੇਖੋ ਚੂँकि ਸਿਵਲ ਲਿਟੀਗੇਸ਼ਨ ਹੈ, ਦੇਖੋ ਸਿਵਲ ਲਿਟੀਗੇਸ਼ਨ ਹੈ, ਭਾਵੇਂ ਕ੍ਰਿਮੀਨਲ ਕੇਸ ਦੇ ਵਿੱਚ ਹੈ, ਇਸ ਦੀ ਅਪੀਲ ਇੱਥੇ ਡਿਵੀਜ਼ਨ ਬੈਂਚ ਦੇ ਕੋਲ ਹੋ ਸਕਦੀ ਹੈ। ਨਵੀਂ SIT ਵੀ ਆਏਗੀ, ਕੁੰਵਰ ਵਿਜੇ ਪ੍ਰਤਾਪ
ਮਦਦ ਕਰਨਗੇ ਜਾਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਮਦਦ ਲੈਣਗੇ? ਇਹ ਦੋ ਵੱਖ-ਵੱਖ ਚੀਜ਼ਾਂ ਨੇ। देखो मेरा कोई नैतिक अधिकार नहीं रह गया कि जो नवी SIT बनेगी उसनों सहयोग करन दा मेरा नैतिक अधिकार नहीं रह गया। तो जो नवी तफ्तीशी टीम बनती है मैं उन्होंने नाल नहीं काम करांगा, भावें डायरैक्टली या इनडायरैक्टली। लेकिन सुपीरियर कोर्ट्स दे विच अदालतां दे विच जेकर कोई भी सहयोग की लोड़ होवेगी ਜਾਂ ਈਵਨ ਫਰੀਦਕੋਟ ਦੀ ਵੀ ਅਦਾਲਤ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ, ਤੁਸੀਂ ਹਫਤੇ ਦੇ ਵਿੱਚ ਮੈਂ 3 ਦਿਨ 4 ਦਿਨ ਫਰੀਦਕੋਟ ਦੇ ਵਿੱਚ ਹੀ ਰਹਿੰਦਾ ਸੀ। ਤਾਂ ਜਿੱਥੇ ਵੀ ਅਦਾਲਤ ਦੇ ਵਿੱਚ ਲੋੜ ਪਵੇਗੀ ਜਾਂ ਹੋਰ ਕਿਸੇ ਕਿਸਮ ਦੀ ਐਡਵਾਈਜ਼ਰੀ ਦੀ ਲੋੜ ਪਵੇਗੀ ਤਾਂ ਮੈਂ ਜ਼ਰੂਰ ਕਹਾਂਗਾ ਉੱਥੇ ਉਹਦੇ ਵਿੱਚ ਕਰਾਂਗਾ। ਲੇਕਿਨ ਚੂँਕਿ ਜੇਕਰ ਨਵੀਂ ਟੀਮ ਬਣਦੀ ਹੈ ਉਸ ਨਵੀਂ ਟੀਮ ਦੇ ਨਾਲ ਮੈਂ ਕੋਈ ਸਹਿਯੋਗ ਹੀ ਨਹੀਂ ਕਰ ਸਕਦਾ ਹਾਂ, ਕਿਉਂਕਿ ਮੈਨੂੰ ਰੋਕ ਦਿੱਤਾ ਗਿਆ ਹੈ। ਠੀਕ ਹੈ, ਟਰਾਇਲ ਮੈਂ ਦੁਬਾਰਾ ਇੱਕ ਹੁੰਦਾ ਹਾਂ ਕਿ ਭਾਵੇਂ ਕੋਈ ਵੀ ਤੁਸੀਂ ਟੀਮ ਬਣਾ ਲਓ ਦੁਬਾਰਾ ਤਫਤੀਸ਼ ਨਹੀਂ ਹੋ ਸਕਦੀ ਹੈ। ਇਹ ਤਾਂ ਇੱਕ ਤਰੀਕਾ ਹੈ, ਇਸ ਕੇਸ ਨੂੰ ਤੁਸੀਂ ਬਸ ਠੰਡੇ ਬਸਤੇ ਦੇ ਵਿੱਚ ਪਾ ਦਿਓ, 5-7 ਸਾਲ ਉਹ ਵੀ ਟੀਮ ਲਗਾ ਦੇਗੀ। ਉਸ ਤੋਂ ਬਾਅਦ ਗਵਾਹ ਐਸੇ ਹੀ ਆਧੇ ਤੋਂ ਜ਼ਿਆਦਾ ਗਵਾਹ ਮੁਕਰ ਰਹੇ ਨੇ, ਆਧਾ ਤੋਂ ਜ਼ਿਆਦਾ। ਮੈਂ ਰਿਪੋਰਟ ਵੀ ਦਿੱਤੀ ਹੋਈ ਹੈ ਕਿ ਇਹਨਾਂ ਗਵਾਹਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਮੈਂ ਸਾਰਾ ਕੰਮ ਆਪੇ ਨਹੀਂ ਕਰ ਸਕਦਾ ਹਾਂ ਨਾ ਜੀ, ਪ੍ਰੋਟੈਕਸ਼ਨ ਦੀ ਲੋੜ ਹੈ। ਲਿਖਤੀ ਤੌਰ ਤੇ ਮੈਂ ਦਿੱਤੀ ਹੋਈ ਹੈ ਕਿ ਗਵਾਹਾਂ ਨੂੰ ਘੱਟੋ ਘੱਟ ਬਚਾ ਲਿਆ ਜਾਵੇ। ਸਰਕਾਰ ਨੂੰ ਭੇਜਿਆ ਹੈ, ਮੇਰਾ ਫਰਜ਼ ਬਣਦਾ ਹੈ, ਮੈਂ ਭੇਜਿਆ ਹਾਂ ਤੇ ਮੈਂ ਗੱਲ ਵੀ ਕਰਦਾ ਹਾਂ। ਠੀਕ ਹੈ, ਉਹ ਕਰਦੇ ਵੀ ਨੇ, ਲੇਕਿਨ ਜੇਕਰ ਗਵਾਹ ਟੁੱਟ ਜਾਂਦੇ ਨੇ ਤੇ ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਗਵਾਹ ਵਿਨ ਓਵਰ ਹੋ ਗਏ। ਤੇ ਤਾਂ ਮੈਂ ਇਹ ਕਹਿੰਦਾ ਹਾਂ ਕਿ ਇਹਨਾਂ ਕਿ ਤੁਸੀਂ ਨਵੀਂ ਟੀਮ ਬਣਾ ਲਓ, ਜੋ ਮਰਜ਼ੀ ਕਰੋ, ਟਾਈਮ ਪਾਸ ਤੁਸੀਂ ਕਰ ਸਕਦੇ ਹੋ। ਇਹ ਕਨਕਲੂਡ ਨਹੀਂ ਹੋਗਾ ਕੇਸ, ਕਿਸੇ ਸਿੱਟੇ ਤੇ ਨਹੀਂ ਜਾਊਗਾ। ਮੇਰਾ ਦਾਵਾ ਹੈ ਜੀ, ਮੇਰਾ ਦਾਵਾ ਹੈ। ਠੀਕ ਹੈ, ਇਹ ਕਾਨੂੰਨ 3 ਜਿਹੜੇ ਕਾਨੂੰਨ ਨੇ, ਤੁਸੀਂ ਕੋਈ ਵੀ ਚੀਜ਼ ਮੈਨੂੰ ਪੁੱਛ ਸਕਦੇ ਹੋ ਜਾਂ ਸੰਵਿਧਾਨਿਕ ਪਹਿਲੂ ਤੇ ਮੇਰੇ ਨਾਲ ਡਿਸਕਸ਼ਨ ਕਰ ਸਕਦੇ ਹੋ। ਠੀਕ ਹੈ, ਮੈਨੂੰ ਜੋ ਨਹੀਂ ਆਉਂਦਾ ਹੈ ਮੈਂ ਆਪਣੇ ਟੀਚਰ ਦੇ ਨਾਲ ਰਾਤ ਨੂੰ 2 ਵਜੇ ਵੀ ਗੱਲ ਕਰ ਸਕਦਾ ਹਾਂ, ਜਿਨ੍ਹਾਂ ਨੇ ਮੈਨੂੰ ਕਨਸਟੀਟਿਊਸ਼ਨਲ ਲਾਅ ਪੜ੍ਹਾਇਆ ਹੈ, ਪ੍ਰੋਫੈਸਰ ਪਰਮਜੀਤ ਸਿੰਘ ਜਸਵਾਲ। ਠੀਕ ਹੈ, ਮੈਂ 2 ਵਜੇ ਵੀ ਤੇ ਮੈਂ ਦਾਵਾ ਕਰਦਾ ਹਾਂ ਕਿ ਪਰਮਜੀਤ ਜਸਵਾਲ ਵਰਗਾ ਟੀਚਰ ਇੰਡੀਆ ਦੇ ਵਿੱਚ ਮਤਲਬ ਬਹੁਤ ਘੱਟ ਹੋਣਗੇ ਇਸ ਕਨਸਟੀਟਿਊਸ਼ਨਲ ਲਾਅ ਦੇ ਵਿੱਚ, ਭਾਵੇਂ ਕੋਈ ਕਿਸੇ ਵੀ ਅਹੁਦੇ ਤੇ ਨਾ ਹੋ, ਕਿਉਂ ਨਾ ਹੋਵੇ। ਪੰਜਾਬ, ਹਰਿਆਣਾ, ਹਿਮਾਚਲ, ਨਾਰਥ ਇੰਡੀਆ ਦੇ ਵਿੱਚ ਕੋਈ ਵੀ ਜੋ ਸਮਝਦਾ ਹੋਵੇ ਨਾ ਉਹਨੂੰ ਜ਼ਿਆਦਾ ਨੌਲੇਜ ਹੈ। ਠੀਕ ਹੈ, ਉਸ ਤੋਂ ਘੱਟ ਨੌਲੇਜ ਮੈਨੂੰ ਨਹੀਂ ਹੈ। ਮੈਂ ਲਾਅ ਵੀ ਕੀਤੀ ਹੋਈ ਹੈ ਤੇ ਇਸ ਤੋਂ ਬਾਅਦ ਮੈਂ ਵਕਾਲਤ ਹੀ ਕਰਾਂਗਾ। ਤੁਸੀਂ ਦੇਖ ਲੈਣਾ, ਮੈਨੂੰ ਕੋਈ ਪੈਸੇ ਦੀ ਲਾਲਚ ਨਹੀਂ ਹੈ। ਮੈਂ ਕੋਈ 25 ਲੱਖ 27 ਲੱਖ ਰੁਪਇਆ ਨਹੀਂ ਲਵਾਂਗਾ। ਲੇਕਿਨ मतलब मेरी कोशिश रहेगी कि जो एग्रीविट पार्टी है, जो खास करके गरीब तबके ਦੇ ਲੋਕ ਨੇ, ਠੀਕ ਹੈ, ਉਹਨਾਂ ਦੀ ਗੱਲ ਅਦਾਲਤ ਤੱਕ ਜ਼ਰੂਰ ਪਹੁੰਚਾ ਦੇਵਾਂਗਾ। ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਬਤੌਰ ਐਡਵੋਕੇਟ, ਇੱਕ ਵਕੀਲ ਦੇ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫੇ ਤੋਂ ਬਾਅਦ ਇਹ ਕੇਸ ਨੂੰ ਲੈ ਕੇ ਚੱਲਣਗੇ। देखो मेरा तो प्रोफेशन ही यही रहेगा, एडवोकेसी, वकालत, यही मेरा प्रोफेशन होगा। तो ਇਹਨਾਂ ਕੇਸਾਂ ਦੇ ਵਿੱਚ ਵੀ ਮੈਂ ਤਾਂ ਮਾਨਯੋਗ ਫੁਲਕਾ ਸਾਹਿਬ ਨੂੰ 1.5 ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਸਰ ਜੇਕਰ ਤੁਸੀਂ ਨਹੀਂ ਆਓਗੇ ਨਾ ਤਾਂ ਮੈਨੂੰ ਬਾਅਦ ਦੇ ਵਿੱਚ ਨੌਕਰੀ ਛੱਡ ਕੇ ਬਤੌਰ ਵਕੀਲ ਇਹਨਾਂ ਕੇਸਾਂ ਦੀ ਪੈਰਵਾਈ ਕਰਨੀ ਪਵੇਗੀ। ਤੇ ਉਹ ਤਾਂ ਕਰਨਾ ਹੀ ਹੈ। ਬਹੁਤ ਲੋਕ ਸਪੋਰਟ ਵੀ ਕਰ ਰਹੇ, ਸੋਸ਼ਲ ਮੀਡੀਆ ਬਹੁਤ ਤਾਕਤਵਰ ਹੈ ਅੱਜ ਦੇ ਸਮੇਂ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਦੀ ਇਮੇਜ ਇੱਕ ਹੀਰੋ ਦੇ ਤੌਰ ਤੇ ਬਿਲਡ ਹੋ ਰਹੀ ਹੈ ਕਿ ਪਹਿਲੀ ਵਾਰ ਕੋਈ ਐਸਾ ਪੁਲਿਸ ਅਫਸਰ ਹੈਗਾ ਜਿਹੜਾ ਕਿਸੇ ਸਿਧਾਂਤ ਤੇ ਖੜਿਆ। ਪੰਜਾਬ ਦੇ ਵਿੱਚ ਸ਼ਾਇਦ 1 ਜਾਂ 2 ਦਹਾਕੇ ਦੇ ਵਿੱਚ ਕਿਸੇ ਪੁਲਿਸ ਵਾਲੇ ਦੀ ਜਿਹੜੀ ਚਰਚਾ ਇਸ ਨਜ਼ਰੀਏ ਨਾਲ ਨਹੀਂ ਹੋਈ ਕਿ ਕਿਸੇ ਸਿਧਾਂਤ ਤੇ ਖੜ ਗਿਆ ਜਾ ਕੇ ਤੇ ਨੌਕਰੀ ਤੋਂ ਅਸਤੀਫਾ ਦੇ IG ਦੇ ਅਹੁਦੇ ਤੋਂ ਅਸਤੀਫਾ ਦੇਣਾ ਬਹੁਤ ਵੱਡੀ ਗੱਲ ਹੈਗੀ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਵੀ ਇੱਕ ਨੈਰੇਟਿਵ ਖੜਾ ਹੋ ਰਿਹਾ? मैं देखो ये ज़्यादा चीज़ देखो जेकर आ रहा है सोशल मीडिया पे थोड़ा बहुत मैं भी वेख रहा है, मेरे वास्ते मोटिवेटिंग फैक्टर जरूर है। चंगा लगता है कि जेकर क्योंकि असी जनता दे नौकर हाँ जी, जनता दे नौकर हाँ, तो जेकर जनता एप्रीसीएट कर रही है चंगा तो लगता है, थोड़ा मरहम जरूर लग जाता है। तो दूसरी गल जो तुसी कह रहे हो कि हाँ मतलब इस्तीफा देना है तो जी बहुत औखा काम, लेकिन जो मतलब एक बार डिसीजन ले लिया तो ले लिया। मैं दोबारा ये कहना चाहता हाँ कि मैनू अफसोस होया कि तुसी 26 जुलाई 2019 ਦਾ ਸਰਕਾਰ ਦਾ ਖਰਚਾ ਤੁਸੀਂ ਦੇਖ ਲਓ, ਠੀਕ ਹੈ, ਜਿਸ ਦਿਨ ਸਟ੍ਰਾਈਕ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਿਉਂਕਿ ਉਹ ਗਰੀਬ ਟੈਕਸ ਪੇਅਰ ਦਾ ਪੈਸਾ ਹੁੰਦਾ ਹੈ। ਜਦੋਂ ਆਉਂਦੇ ਨੇ ਜੇਕਰ ਤਾਜ ਹੋਟਲ ਦੇ ਵਿੱਚ ਕਮਰਾ ਨਹੀਂ ਮਿਲਿਆ ਤੇ ਅਸੀਂ ਉਸ ਤੋਂ ਬਾਅਦ ਜਦਕਿ ਪੰਜਾਬ ਸਰਕਾਰ ਦੇ ਗੈਸਟ ਹਾਊਸੇਜ ਨੇ, ਸਰਕਿਟ ਹਾਊਸ ਹੈ, ਪੰਜਾਬ ਭਵਨ ਹੈ, ਉਹਦੇ ਵਿੱਚ ਰਹਿਣਾ ਨਹੀਂ ਹੈ। ਖਰਚਾ ਹੀ ਖਰਚਾ, ਖਰਚਾ ਹੀ ਖਰਚਾ। ਕਿੱਥੇ ਠਹਿਰਾ ਰਹੇ ਸੀ ਵਕੀਲਾਂ ਨੂੰ? ਇਹ ਸਾਰੇ ਤਾਜ ਹੋਟਲ ਦੇ ਵਿੱਚ ਠਹਿਰਦੇ ਸੀ ਜੀ, ਠੀਕ ਹੈ। ਇੱਕ ਦਿਨ ਤਾਜ ਹੋਟਲ ਦੇ ਵਿੱਚ ਕਮਰਾ ਨਹੀਂ ਮਿਲਿਆ ਤਾਂ ਅਸੀਂ ਮੈਰੀਅਟ ਦੇ ਵਿੱਚ ਕਰਵਾਇਆ ਤੇ ਫਿਰ ਉੱਥੇ ਕਾਫੀ ਨਖੜੇ ਹੋਏ ਕਿ ਨਹੀਂ ਜੀ। ਮੈਰੀਅਟ ਵੀ ਮਤਲਬ ਕਾਫੀ
ਕੋਸਟਲੀ ਹੋਟਲ ਹੈ। ਤਾਜ ਦੇ ਵਿੱਚ ਕੋਈ ਕਾਨਫਰੰਸ ਸੀਗਾ ਤਾਂ ਅਸੀਂ ਮੈਰੀਅਟ ਦੇ ਵਿੱਚ ਕਰਾਇਆ ਸੀ ਤੇ ਕਾਫੀ ਉਹ ਮਤਲਬ ਕਿੰਤੂ ਪਰੰਤੂ ਹੋਇਆ ਸੀ। ਲੇਕਿਨ ਸਾਨੂੰ ਸੀਗਾ ਕਿ ਚਲੋ ਜੇਕਰ ਕੇਸ ਦੀ ਪੈਰਵਾਈ ਕਰ ਰਹੇ ਨੇ, ਲੇਕਿਨ ਮੈਨੂੰ ਬਹੁਤੇ ਕੋਈ ਭਰੋਸਾ ਨਹੀਂ ਸੀ ਇਹਨਾਂ ਦੇ ਉੱਤੇ। ਆਖਰੀ ਸਵਾਲ, ਜਦੋਂ ਅਸਤੀਫਾ ਦੇ ਦਿੱਤਾ, ਹੁਣ ਅਸਤੀਫਾ ਤੁਹਾਡਾ ਮਨਜ਼ੂਰ ਵੀ ਹੋ ਜਾਏਗਾ, ਸ਼ਾਇਦ 2-4 ਦਿਨਾਂ ਦੇ ਵਿੱਚ ਖਬਰ ਆ ਜਾਏ ਵੀ, ਪਰਿਵਾਰ ਦਾ ਕੀ ਰਿਐਕਸ਼ਨ ਹੈਗਾ? ਇਹ ਬਹੁਤ ਇੰਪੋਰਟੈਂਟ ਹੁੰਦਾ। ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈ ਸੁਸਾਇਟੀ ਦੇ ਵਿੱਚ, ਭਾਵੇਂ ਇਸ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ, ਉਹਨਾਂ ਦੀ ਪੁੱਛ ਸਿਰਫ 15 ਦਿਨ ਹੁੰਦੀ ਹੈ ਜੀ। 5 ਸਾਲ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਤੇ 15 ਦਿਨ ਉਹਨਾਂ ਦੀ ਪੁੱਛ ਹੁੰਦੀ ਹੈ। ਲੇਕਿਨ ਜਿੱਥੇ ਵੀ ਮੇਰੀ ਪੋਸਟਿੰਗ ਹੁੰਦੀ ਹੈ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਲੋਕਾਂ ਵਾਸਤੇ ਸਟਰਗਲ ਕਰੀਏ। ਮੈਂ ਉਹਨਾਂ ਲੋਕਾਂ ਵਾਸਤੇ ਸਟਰਗਲ ਕੀਤਾ, ਠੀਕ ਹੈ, ਤੇ ਸਟਰਗਲ ਤਾਂ ਸਾਰੀ ਜ਼ਿੰਦਗੀ ਕਰਨੀ ਹੈ ਤੇ ਪਰਿਵਾਰ ਦਾ ਪਹਿਲਾਂ ਵੀ ਸਹਿਯੋਗ ਰਿਹਾ ਸਟਰਗਲ ਦੇ ਵਿੱਚ ਤੇ ਪਰਿਵਾਰ ਦਾ ਬਾਅਦ ਦੇ ਵਿੱਚ ਵੀ ਮਤਲਬ ਰਹੇਗਾ। ਮੈਨੂੰ ਪੂਰੀ ਉਮੀਦ ਹੈ ਕਿ ਪਰਿਵਾਰ ਵੱਲੋਂ ਮੈਨੂੰ ਪੂਰਾ ਸਪੋਰਟ ਮਿਲੇਗਾ। ਧੰਨਵਾਦ ਸਰ। ਸੈਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਬੜੇ ਹੋਰ ਉਹਨਾਂ ਨੇ ਗਾਂ ਵੱਡੇ ਖੁਲਾਸੇ ਕੀਤੇ ਨੇ। ਏਜੀ ਦਫ਼ਤਰ ਦੀ ਕਾਰਵਾਈ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੈਰਵਾਈ ਸਹੀ ਢੰਗ ਦੇ ਨਾਲ ਕੇਸਾਂ ਦੀ ਨਹੀਂ ਕੀਤੀ ਗਈ। ਐਚਐਸ ਫੂਲਕਾ ਨੂੰ ਲੈ ਕੇ ਵੀ ਉਹਨਾਂ ਨੇ ਵੱਡੀ ਗੱਲਬਾਤ ਕੀਤੀ ਹੈ ਕਿ ਜਦੋਂ ਐਚਐਸ ਫੂਲਕਾ ਨੂੰ ਕੇਸਾਂ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਸੀ, ਪਰ ਸਮਾਂ ਰਹਿੰਦਿਆਂ ਉਹਨਾਂ ਨੇ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਸਹਿਯੋਗ ਨਹੀਂ ਕੀਤਾ। ਇਹ ਗੱਲ ਦਾ ਉਹਨਾਂ ਨੇ ਦਾਅਵਾ ਵੀ ਕੀਤਾ ਹੈ। ਪਰ ਜਿਹੜੀਆਂ ਹੋਰ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸਤ ਦੇ ਵਿੱਚ ਆ ਸਕਦੇ ਨੇ, ਕਿਸੇ ਪਾਰਟੀ 'ਚ ਜਾ ਸਕਦੇ ਨੇ, ਪਰ ਉਹ ਸਭ ਤੋਂ ਵੱਖਰੇ ਤੌਰ 'ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਕੇਸਾਂ ਦੇ ਨਾਲ ਉਹ ਗਾਂ ਵੀ ਜੁੜੇ ਰਹਿਣਗੇ ਅਸਤੀਫਾ ਦੇਣ ਤੋਂ ਬਾਅਦ, ਤੇ ਅਗਲੇ ਦਿਨਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ IPS ਨਹੀਂ, ਇੱਕ ਐਡਵੋਕੇਟ ਦੇ ਰੋਲ ਦੇ ਵਿੱਚ ਵੀ ਵੇਖਿਆ ਜਾਏਗਾ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਅੰਮ੍ਰਿਤਸਰ।